ਹਰ ਇੱਕ ਐਮਐਲਏ ਜਾਂ ਐਮਪੀ ਉਹਨੂੰ ਪੈਨਸ਼ਨ 60 ਸਾਲ ਤੇ ਹੋਣੀ ਚਾਹੀਦੀ ਹੈ। ਪਹਿਲਾਂ ਕਿਉਂ ਹੋਵੇ? ਤੁਸੀਂ ਕਰਮਚਾਰੀ ਨੂੰ ਪੈਨਸ਼ਨ ਦਿੰਦੇ ਹੋ 60 ਸਾਲ ਤੇ ਜਾ ਕੇ, ਹੈਂ? ਤੇ ਉਹ ਲੈ ਲਏ ਆਪਣਾ 30 ਸਾਲ ਤੇ ਪੈਨਸ਼ਨ ਜਾਂ 35 ਸਾਲ ਤੇ। ਅਸੀਂ ਹਰ ਔਰਤ ਜਿਹੜੀ ਹੈ ਉਹਨੂੰ ਮੁਫਤ ਸਹੂਲਤ ਦੇਵਾਂਗੇ ਟਰੈਵਲ ਬੱਸਾਂ 'ਚ ਸਫ਼ਰ ਕਰਨ ਦੀ। ਇਹ ਕੀ ਫੈਸਲਾ ਵੀ? ਇਹ ਵਿਕਾਸ ਹੋਣਾ ਹੈਗਾ? 38,500 ਕਰੋੜ ਰੁਪਈਆ ਐਨੂਅਲੀ ਅਸੀਂ ਸਰਕਾਰੀ ਖਜ਼ਾਨੇ 'ਚ ਹੋਰ ਲਿਆ ਸਕਦੇ ਹਾਂ। ਕੋਈ ਵੀ ਵੱਡਾ ਉਦਯੋਗ ਜਾਂ ਇਨਵੈਸਟਮੈਂਟ ਹੋਣ ਤੋਂ ਪਹਿਲਾਂ ਇਹ ਹਿੱਸਾ ਮੰਗਣ ਲੱਗ ਜਾਂਦੇ ਨੇ ਆਪਣਾ। ਹੁਣ ਇਹ ਸਰਕਾਰ ਕਹਿ ਰਹੀ ਹੈ ਕਿ 300 ਯੂਨਿਟ ਫ੍ਰੀ ਦੇਵਾਂਗੇ ਜਾਂ ਹਰ ਔਰਤ ਨੂੰ ਅਸੀਂ 1000 ਰੁਪਇਆ ਦੇਵਾਂਗੇ। ਪੰਜਾਬ ਹੋਰ ਮਾਰ ਚੱਲਣ ਦੇ ਕਾਬਲ ਨਹੀਂ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਸਾਡੇ ਨਾਲ ਇਸ ਸਮੇਂ ਨੇ ਡਾਕਟਰ ਰਣਜੀਤ ਸਿੰਘ ਘੁੰਮਣ ਹੋਰੀ, ਜਿਨ੍ਹਾਂ ਦਾ ਨਾਂ ਬਹੁਤ ਵੱਡਾ ਹੈ। ਪੰਜਾਬ ਦੇ ਵਿੱਚ ਨਾ ਕੇਵਲ ਪੰਜਾਬ ਵਿੱਚ ਬਲਕਿ ਦੇਸ਼ ਵਿੱਚ ਜੋ ਆਰਥਿਕ ਪਾਲਿਸੀਆਂ ਬਣਾਈਆਂ ਜਾਂਦੀਆਂ ਨੇ ਸਰਕਾਰਾਂ ਦੁਆਰਾ, ਉਹਨਾਂ ਦਾ ਹਿੱਸਾ ਇਸ ਵਿੱਚ ਜ਼ਰੂਰ ਹੁੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਆਓ ਆਪਾਂ ਜਿਹਨਾਂ ਨਾਲ ਗੱਲ ਕਰਦੇ ਹਾਂ ਪੰਜਾਬ ਦੀ ਇਕੋਨਮੀ ਬਾਰੇ, ਪੰਜਾਬ ਦੇ ਮੂਹਰੇ ਜਿਹੜੇ ਆਰਥਿਕ ਸੰਕਟ ਨੇ ਉਹਨਾਂ ਬਾਰੇ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਡਾਕਟਰ ਸਾਹਿਬ, ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਸਭ ਤੋਂ ਪਹਿਲਾਂ ਕਿ ਅਸੀਂ ਹੁਣੇ ਦੇਖ ਕੇ ਹਟੇ ਹਾਂ ਕਿ ਸ਼੍ਰੀਲੰਕਾ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਬਰਬਾਦੀ ਦੇ ਰਾਹ 'ਤੇ ਗਿਆ ਅਤੇ ਉਹਦੇ ਵਾਸਤੇ ਫ੍ਰੀ ਬੀਜ਼ ਨੂੰ ਜਿਹੜਾ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਪਰ ਨਾਲ ਦੇ ਨਾਲ ਅਗਰ ਅਸੀਂ ਆਪਣੇ ਦੇਸ਼ ਦੇ ਅੰਦਰ ਝਾਤੀ ਮਾਰਦੇ ਹਾਂ ਤਾਂ ਤਕਰੀਬਨ ਅੱਧੀ ਦਰਜਨ ਸਟੇਟਸ ਨੇ ਜਿਹੜੀਆਂ ਉਹ ਇਸੇ ਰਾਹ 'ਤੇ ਪਈਆਂ ਹੋਈਆਂ ਨੇ ਫ੍ਰੀ ਬੀਜ਼ ਦੇਣ ਦੇ ਉੱਤੇ। ਅਸੀਂ ਕਿੱਥੇ ਖੜ੍ਹਦੇ ਹਾਂ? ਦੇਖੋ, ਇਹ ਜਿਹੜੀ ਇਸ ਸਭ ਸਮੱਸਿਆ ਬਹੁਤ ਵੱਡੀ ਹੈ। ਕੇਵਲ ਸਟੇਟਾਂ ਦੀ ਨਹੀਂ ਹੈ, ਸੈਂਟਰਲ ਗੌਰਮੈਂਟ ਦੀ ਵੀ ਹੈ। ਅਤੇ ਜੇ ਆਪਾਂ ਹਿੰਦੁਸਤਾਨ ਦੇ ਲੈਵਲ 'ਤੇ ਗੱਲ ਕਰੀਏ ਤਾਂ ਇਹ ਤਕਰੀਬਨ 50% ਇਕਾਨਮੀ ਅਜੇ ਵੀ ਜਿਹੜੀਆਂ ਸਟੱਡੀਜ਼ ਆ ਰਹੀਆਂ ਨੇ ਬਲੈਕ ਹੈ, ਮਤਲਬ ਕਿ ਜਿਹਦਾ ਅਨਅਕਾਊਂਟਡ ਹੈ ਵੈਸਾ। ਸੋ ਇਹਦਾ ਮਤਲਬ ਕਿ ਜੇ ਤੁਸੀਂ ਉਹ 50% ਚੋਂ ਨੂੰ 50% ਵਾਈਟ ਕਰੋ ਤਾਂ ਤੁਹਾਡੇ ਕੋਲ ਬਹੁਤ ਰਿਸੋਰਸਿਸ ਆ ਜਾਣਗੇ। ਜੇ 25, 30, 40% ਵੀ ਕਰ ਲਓ ਤਾਂ ਵੀ ਰਿਸੋਰਸਿਸ ਆ ਜਾਣਗੇ। ਦੂਜੀ ਗੱਲ ਤੁਸੀਂ ਬਹੁਤ ਅਹਿਮ ਜਿਹੜੀ ਕੀਤੀ ਹੈ ਉਹ ਹੈ ਕਿ ਫ੍ਰੀ ਬੀਜ਼ ਅਤੇ ਸਬਸਿਡੀਜ਼। ਇਹ ਸਮੱਸਿਆ ਜਿਹੜੀ ਤੁਸੀਂ ਸ਼੍ਰੀਲੰਕਾ ਦੀ ਐਗਜ਼ੈਂਪਲ ਨਾਲ ਦਿੱਤੀ ਹੈ, ਇਸ ਵੇਲੇ ਜੋ ਲਿਟਰੇਚਰ ਬਾਹਰ ਆ ਰਿਹਾ, ਜੋ ਖਬਰਾਂ ਬਾਹਰ ਆ ਰਹੀਆਂ ਕਿ ਸ਼੍ਰੀਲੰਕਾ ਜਿਹੜਾ ਹੈ ਉਹ ਕੇਵਲ ਫ੍ਰੀ ਬੀਜ਼ ਅਤੇ ਸਬਸਿਡੀਜ਼ ਕਰਕੇ ਹੀ ਨਹੀਂ ਹੈ, ਉਹਨਾਂ ਦੇ ਜਿੰਨੇ ਰਿਸੋਰਸ ਮੋਬਿਲਾਈਜੇਸ਼ਨ ਹੋਣੀ ਚਾਹੀਦੀ ਉਹ ਵੀ ਨਹੀਂ ਹੋ ਰਹੀ। ਸੋ ਦੋ ਐਂਗਲ ਤੋਂ ਮਾਰ ਪੈ ਰਹੀ ਹੈ। ਇੱਕ ਐਂਗਲ ਤਾਂ ਇਹ ਹੈ ਕਿ ਜਿੰਨੇ ਰਿਸੋਰਸ ਮੋਬਿਲਾਈਜੇਸ਼ਨ ਸਟੇਟ ਕਰ ਸਕਦੀ ਹੈ ਅਤੇ ਸਟੇਟ ਦੇ ਖਜ਼ਾਨੇ 'ਚ ਆ ਸਕਦੇ ਹੈ, ਉਹ ਨਹੀਂ ਹੋ ਰਹੇ, ਘੱਟ ਹੋ ਰਹੇ ਨੇ। ਦੂਜਾ ਤਰੀਕਾ ਹੈ, ਦੂਜਾ ਜਿਹੜਾ ਮਾਰ ਪੈ ਰਹੀ ਹੈ ਕਿ ਸਟੇਟਾਂ ਬਿਨਾਂ ਕਿਸੇ ਇਕਨੋਮਿਕ ਲੌਜਿਕ ਦੇ, ਬਿਨਾਂ ਕਿਸੇ ਰੈਸ਼ਨਲ ਦੇ ਫ੍ਰੀ ਬੀਜ਼ ਅਨਾਊਂਸ ਕਰ ਦਿੰਦੀਆਂ ਨੇ, ਸਬਸਿਡੀਜ਼ ਅਨਾਊਂਸ ਕਰ ਦਿੰਦੀਆਂ ਨੇ। ਅਤੇ ਤੀਜਾ ਜਿਹੜਾ ਤੀਜੀ ਮਾਰ ਵੀ ਪੈਂਦੀ ਆ, ਖਾਸ ਕਰਕੇ ਪੰਜਾਬ 'ਚ ਵੀ ਮੈਂ ਕਹਾਂ ਓਕੇ ਜੀ, ਉਹ ਹੈ ਕਿ ਤੁਸੀਂ ਖਰਚਾ ਕਰਨ ਵੇਲੇ ਜਿਹੜਾ ਉਹ ਵੀ ਰੈਸ਼ਨਲਾਈਜ਼ ਢੰਗ ਨਾਲ ਨਹੀਂ ਕਰ ਰਹੇ। ਸੋ ਇਹ ਤਿੰਨ ਕਿਸਮ ਦੀ ਮਾਰ ਜਿਹੜੀ ਹੈ ਸਟੇਟਾਂ ਨੂੰ ਪੈਂਦੀ ਹੈ। ਜਦੋਂ ਤੁਸੀਂ ਪੰਜਾਬ ਦੀ ਗੱਲ ਕਰ ਰਹੇ ਹੋ ਤਾਂ ਕਿਉਂਕਿ ਆਪਾਂ ਪੰਜਾਬ 'ਚ ਬੈਠੇ ਹਾਂ, ਜ਼ਿਆਦਾ ਫੋਕਸ ਸਾਡਾ ਪੰਜਾਬ 'ਤੇ ਹੈ ਅਤੇ ਪੰਜਾਬ ਦੀ ਗੱਲ ਸਾਨੂੰ ਸ਼ਿੱਦਤ ਨਾਲ ਕਰਨੀ ਵੀ ਚਾਹੀਦੀ ਹੈ। ਮੈਂ ਕਹਿੰਦਾ ਕਿ ਪੰਜਾਬ ਦੇ ਵਿੱਚ ਪਿਛਲੇ 30 ਕੁ ਸਾਲਾਂ ਤੋਂ ਜਿਹੜਾ ਸਿਲਸਿਲਾ ਚੱਲ ਰਿਹਾ ਇੱਕ ਕੰਪੀਟੀਟਿਵ ਪੋਲੀਟੀਕਲ ਪਾਪੂਲਿਜ਼ਮ ਦਾ, ਕਿ ਵਨ ਅਪਮੈਨਸ਼ਿਪ, ਕਿ ਲੋਕਾਂ ਨੂੰ ਤੁਸੀਂ ਕੁਛ ਮੁਫਤ ਸਹੂਲਤਾਂ ਦੇ ਕੇ, ਕੁਛ ਉਹਨਾਂ ਨੂੰ ਸਬਸਿਡੀਆਂ ਦੇ ਕੇ, ਕੁਛ ਉਹਨਾਂ ਤੋਂ ਟੈਕਸ ਜਿਹੜਾ ਕੁਲੈਕਟ ਕਰਨਾ ਜਾਂ ਹੋਰ ਫੀਸਾਂ ਉਹ ਘੱਟ ਟੈਕਸ ਕੁਲੈਕਟ ਕਰਕੇ ਇਹ ਤਿੰਨ ਕਿਸਮ ਦੀਆਂ ਸਹੂਲਤਾਂ ਨਾਲ ਲੋਕਾਂ ਤੋਂ ਵੋਟਾਂ ਲੈ ਰਹੇ ਹੋ। ਨਤੀਜਾ ਇਹ ਹੋਇਆ ਕਿ ਸਾਡਾ ਜਿਹੜਾ ਪਿਛਲੇ 30 ਸਾਲ ਪਹਿਲਾਂ ਹਿੰਦੁਸਤਾਨ ਦੇ ਵਿੱਚ ਸਾਡਾ ਪਹਿਲਾ ਨੰਬਰ ਸੀ ਵਿਕਾਸ ਦਰ ਵਿੱਚ ਵੀ, ਸਾਰੀਆਂ ਸਟੇਟਾਂ ਤੋਂ ਉੱਪਰ ਸੀ, ਔਰ ਸਾਰੀਆਂ ਸਟੇਟਾਂ ਤੋਂ ਸਾਡੀ ਪਰ ਕੈਪੀਟਾ ਇਨਕਮ ਵੀ ਜਿਹੜੀ ਉੱਪਰ ਸੀ, ਜਿਹਨੂੰ ਪ੍ਰਤੀ ਜੀ ਆਮਦਨ ਕਹਿੰਦੇ। ਹੋਇਆ ਇਹ ਕਿ ਪਿਛਲੇ 30 ਸਾਲਾਂ ਤੋਂ ਲਗਾਤਾਰ ਸਾਡਾ ਜਿਹੜਾ ਵਿਕਾਸ ਦਰ ਹੈ ਉਹ ਬਹੁਤ ਸਾਰੀਆਂ ਸਟੇਟਾਂ ਤੋਂ ਥੱਲੇ ਜਾਣ ਲੱਗ ਗਿਆ, ਹਿੰਦੁਸਤਾਨ ਦੀ ਐਵਰੇਜ ਤੋਂ ਥੱਲੇ ਜਾਣ ਲੱਗ ਗਿਆ, ਔਰ ਇਸ ਵੇਲੇ ਸਾਡਾ ਵਿਕਾਸ ਦਰ ਦੇ ਵਿੱਚ 17ਵਾਂ ਨੰਬਰ ਹੈ। 16 ਸਟੇਟ 17ਵਾਂ, ਅਸੀਂ 17ਵੇਂ ਤੇ ਪਹੁੰਚ ਗਏ। ਔਰ ਦੂਸਰਾ ਜਿਹੜਾ ਹੈ ਪ੍ਰਤੀ ਜੀ ਆਮਦਨ ਦੇ ਵਿੱਚ ਉਹ ਸਾਡਾ 19ਵਾਂ ਨੰਬਰ ਹੈ 28 ਸਟੇਟਾਂ 'ਚ, ਇਹ ਪਹਿਲਾਂ ਹੁੰਦਾ ਸੀ। ਸੋ ਇਹ ਸਾਰੇ ਸਿਲਸਿਲੇ ਨੇ ਕੀਤਾ ਕੀ ਹੈ ਕਿ ਸਾਡੇ ਕੋਲ ਬੇਰੁਜ਼ਗਾਰੀ ਵੱਧ ਗਈ,
ਸਟੇਟ ਦੀ ਜਿਹੜੀ ਸਮਰੱਥਾ ਹੈ ਨਿਵੇਸ਼ ਕਰਨ ਦੀ ਉਹ ਘਟ ਗਈ, ਗਵਰਨੈਂਸ ਦੀ ਵੱਧ ਗਈ, ਘਟ ਗਈ, ਔਰ ਸਾਡਾ ਮਿਲੀਟੈਂਸੀ ਦੇ ਪੀਰੀਅਡ ਤੋਂ ਔਨਵਰਡ ਸਾਡੀ ਜਿਹੜੀ ਓਰੀਐਂਟੇਸ਼ਨ ਹੀ ਸਟੇਟ ਦੀ ਬਦਲ ਗਈ। ਉਹ ਓਰੀਐਂਟੇਸ਼ਨ ਇਹ ਹੋ ਗਈ ਕਿ ਅਸੀਂ ਲਾਅ ਐਂਡ ਆਰਡਰ ਤੇ ਪੈਸਾ ਵੱਧ ਖਰਚ ਕਰਨਾ ਤੇ ਵਿਕਾਸ ਦੇ ਕੰਮਾਂ ਤੇ ਘੱਟ ਕਰਨਾ ਹੈ। ਅੱਜ ਜੇ ਤੁਸੀਂ ਅੰਕੜੇ ਦੇਖੋ ਪੰਜਾਬ ਸਰਕਾਰ ਦੇ, ਤਾਂ ਉਹ ਹੈ ਕਿ ਤਕਰੀਬਨ 50% ਦੇ ਕਰੀਬ ਜਿਹੜਾ ਹੈ ਉਹ ਨੌਨ ਡਿਵੈਲਪਮੈਂਟ ਐਕਸਪੈਂਡੀਚਰ, ਗੈਰ ਵਿਕਾਸ ਖਰਚਾ ਹੈ। ਜਾਣੀ ਕਿ ਪੈਸੇ ਖਰਚ ਰਹੇ ਹਾਂ ਤਾਂ ਉਹਦਾ ਫਾਇਦਾ ਕੋਈ ਨਹੀਂ ਹੋ ਰਿਹਾ। ਵਿਕਾਸ ਨਹੀਂ ਹੋ ਰਿਹਾ। ਕਿਸੇ ਵੇਲੇ ਇਹ 73% ਹੁੰਦਾ ਸੀ, ਮਤਲਬ ਅੱਜ ਤੋਂ 25-30 ਸਾਲ ਪਹਿਲਾਂ। ਜੀ ਸੋ ਇਹਦਾ ਮਤਲਬ ਕਿ ਸਾਡਾ ਜਿਹੜਾ ਸਿਲਸਿਲਾ ਹੈ ਉਹ ਗੜਬੜ ਹੋ ਗਿਆ। ਆਪਾਂ ਮੁੜ ਕੇ ਪੰਜਾਬ ਤੇ ਜਦੋਂ ਆਉਂਦੇ ਹਾਂ, ਤਾਂ ਪੰਜਾਬ ਦੇ ਵਿੱਚ ਮੈਂ ਦੇਖਦਾ ਕਿ ਇਸ ਵੇਲੇ 3 ਲੱਖ ਕਰੋੜ ਦਾ ਕਰਜ਼ਾ ਹੈ 3 ਲੱਖ ਕਰੋੜ ਦਾ ਕਰਜ਼ਾ ਸਾਡੇ ਸਿਰ ਤੇ ਹੈ। ਸਿਰ ਤੇ ਆ, ਜਿਹਦਾ ਦੂਜੇ ਸ਼ਬਦਾਂ 'ਚ ਕਿ ਹਰ ਪੰਜਾਬੀ ਜਿਹੜਾ 1 ਲੱਖ ਕਰੋੜ ਦਾ ਸਰਕਾਰ ਦੇ ਕਰਜ਼ੇ ਕਰਕੇ ਕਰਜ਼ਾਈ ਹੈ। ਮਤਲਬ 1 ਲੱਖ ਜਿਹੜਾ ਵੀ ਪੰਜਾਬ 'ਚ ਰਹਿੰਦਾ 1 ਲੱਖ ਰੁਪਈਆ ਪੰਜਾਬੀ ਹੈ, 1 ਲੱਖ ਰੁਪਈਏ ਦਾ ਕਰਜ਼ਾ ਹੀ ਹੈ ਇਸ ਟਾਈਮ। ਉਹ ਸਰਕਾਰ ਦੇ ਕਰਜ਼ੇ ਕਰਕੇ। ਅਜੇ ਬਾਕੀ ਪਰਸਨਲ ਵੀ ਕਰਜ਼ੇ ਲਏ ਹੁੰਦੇ ਨੇ ਲੋਕਾਂ ਨੇ, ਉਹ ਵੀ ਹੋ ਸਕਦੇ ਨੇ। ਸੋ ਮੈਨੂੰ ਲੱਗਦਾ ਕਿ ਇਹ ਬਹੁਤ ਵੱਡਾ ਜਿਹੜਾ ਭਾਰ ਹੈ, ਸਾਡਾ ਜਿਹੜਾ ਰੈਵਨਿਊ ਇਕੱਠਾ ਹੋ ਰਿਹਾ ਉਹਦਾ ਕੋਈ 40-45% ਜਿਹੜਾ ਉਹ ਇਸੇ ਤੇ ਚਲੇ ਜਾਂਦਾ। ਜਿਹੜਾ ਤੁਸੀਂ ਕਹਿ ਲਓ ਕਿ ਵਿਆਜ ਤੇ ਮੂਲ ਮੋੜਨ ਤੇ ਉਹ ਚਲੇ ਜਾਂਦਾ। ਸੋ ਇਹਦੇ ਨਾਲ ਸਾਡਾ ਕਮਿਟਡ ਐਕਸਪੈਂਡੀਚਰ ਹੈ, ਜਿਵੇਂ ਤਨਖਾਹਾਂ ਨੇ, ਪੈਨਸ਼ਨਾਂ ਨੇ, ਹੋਰ ਹੈ, ਉਹ ਕਰ ਕਰਾ ਕੇ ਤਾਂ ਮੈਨੂੰ ਲੱਗਦਾ ਉਹ 70-75% 80% ਤੱਕ ਵੀ ਚਲੇ ਜਾਂਦਾ ਜੇ ਸਾਰਾ ਮਿਲਾ ਲਈਏ। ਤਾਂ ਉਹ ਸਿਲਸਿਲਾ ਇਹ ਹੋਇਆ ਕਿ ਹੁਣ ਉੱਪਰੋਂ ਅਸੀਂ ਫ੍ਰੀ ਬੀਜ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਹ ਜਿਹੜੀ ਸਰਕਾਰ ਬਣੀ ਹੈ, ਇਲੈਕਸ਼ਨ ਵੇਲੇ ਤੁਸੀਂ ਮੈਨੀਫੈਸਟੋ ਵੇਖੇ ਹੋਣਗੇ ਸਾਰਿਆਂ ਦੇ, ਕਿ ਉਹ ਸਾਰੇ ਹੀ ਇੱਕ ਦੂਜੇ ਤੋਂ ਵੱਧ ਚੜ ਕੇ ਕਹਿ ਰਹੇ ਨੇ ਕਿ ਅਸੀਂ ਤੁਹਾਨੂੰ 300 ਯੂਨਿਟ ਫ੍ਰੀ ਦੇ ਦਾਂਗੇ, ਅਸੀਂ 2000 ਰੁਪਏ ਔਰਤਾਂ ਨੂੰ ਦੇ ਦਾਂਗੇ, ਅਸੀਂ 1000 ਰੁਪਏ ਔਰਤਾਂ ਨੂੰ ਦੇ ਦਾਂਗੇ। ਇਹ ਸਿਰਫ ਵੋਟ ਪੋਲਿਟਿਕਸ ਹੈ, ਕੁਛ ਹੋਰ ਵੀ ਇਹਦੇ ਪਿੱਛੇ ਤੁਸੀਂ ਦੇਖਦੇ ਹੋ? ਇਹ ਪਿਓਰ ਵੋਟ ਪੋਲਿਟਿਕਸ ਹੈ। ਮੈਂ ਤਾਂ ਇਹ ਵੀ ਕਹਿਣਾ ਕਿ ਵੋਟਾਂ ਖਰੀਦਣ ਦਾ, ਸਰਕਾਰੀ ਪੈਸੇ ਨਾਲ ਵੋਟਾਂ ਖਰੀਦੀਆਂ ਜਾ ਰਹੀਆਂ ਨੇ ਕਿ ਲੋਕ ਪੰਜਾਬ ਦੇ ਲੋਕਾਂ ਤੇ ਵੀ ਹੈਰਾਨੀ ਹੈ ਕਿ ਭਾਈ ਤੁਸੀਂ ਕਿਉਂ ਖੁਸ਼ ਹੋ ਰਹੇ ਹੋ ਫ੍ਰੀ ਬੀਜ ਹੁਣ ਤੁਸੀਂ ਉਹਨਾਂ ਨੂੰ ਕਹੋ ਕਿ ਸਾਡੇ ਬੱਚਿਆਂ ਨੂੰ ਰੁਜ਼ਗਾਰ ਦਿਓ, ਤੁਸੀਂ ਉਹਨਾਂ ਨੂੰ ਕਹੋ ਕਿ ਸਾਡੇ ਬੱਚਿਆਂ ਦੇ ਜਿਹੜੇ ਨਸ਼ੇ ਦਾ ਸ਼ਿਕਾਰ ਹੋ ਰਹੇ ਨੇ ਨਸ਼ਾ ਰੋਕੋ, ਤੁਸੀਂ ਉਹਨਾਂ ਨੂੰ ਕਹੋ ਕਿ ਸਿੱਖਿਆ ਤੇ ਸਿਹਤ ਸਹੂਲਤਾਂ 'ਤੇ ਵੱਧ ਪੈਸਾ ਖਰਚੋ। ਇਹ ਵਿਕਾਸ ਦੇ ਫੰਡਾਮੈਂਟਲਸ ਹੁੰਦੇ ਨੇ। ਤੁਸੀਂ ਉਹਨਾਂ ਨੂੰ ਕਹੋ ਕਿ ਸਰਕਾਰੀ ਨਿਵੇਸ਼ ਜਿਹੜਾ ਇੱਥੇ ਵੱਧ ਕਰੋ, ਤੁਸੀਂ ਉਹਨਾਂ ਨੂੰ ਕਹੋ ਕਿ ਜਿਹੜਾ ਗੈਰ ਸਰਕਾਰੀ ਪ੍ਰਾਈਵੇਟ ਨਿਵੇਸ਼ ਉਹ ਇੱਥੇ ਲਿਆਓ, ਤੁਸੀਂ ਉਹਨਾਂ ਨੂੰ ਕਹੋ ਕਿ ਸਾਡੀਆਂ ਜਿਹੜੀਆਂ ਲਘੂ ਤੇ ਛੋਟੇ ਉਦਯੋਗ ਨੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰੋ, ਕਿਉਂਕਿ ਉਹ ਤੁਹਾਡੇ ਕੋਲ 30 ਲੱਖ ਦੇ ਕਰੀਬ ਇੰਪਲੋਇਮੈਂਟ। ਸਰ ਮੈਂ ਇੱਥੇ ਤੁਹਾਡੇ ਕੋਲ ਇੱਕ ਗੱਲ ਪੁੱਛਣੀ ਚਾਹੁੰਦਾ ਹੈ ਬਈ ਅਕਸਰ ਚਰਚਾ ਹੁੰਦੀ, ਹਰ ਸਰਕਾਰ ਇਹ ਗੱਲ ਕਰਦੀ ਹੈ ਵੀ ਅਸੀਂ ਜਿਹੜੇ ਬਾਹਰਲੇ ਉਦਯੋਗਪਤੀ ਨੇ ਉਹਨੂੰ ਆਪਣੇ ਵੱਲ ਆਕਰਸ਼ਿਤ ਕਰਨ ਦਾ ਯਤਨ ਕਰ ਰਹੇ ਹਾਂ, ਕੰਮ ਕਰ ਰਹੇ ਹਾਂ, ਪਰ ਕਿਉਂ ਨਹੀਂ ਸਾਡੇ ਵੱਲ ਇੱਧਰ ਲੋਕ ਆ ਰਹੇ? ਦੇਖੋ, ਅਸਲ ਦੇ ਵਿੱਚ ਇੱਕ ਤਾਂ ਆਮ ਤੌਰ ਤੇ ਜਿਹੜੀ ਆਰਗੂਮੈਂਟ ਦਿੱਤੀ ਜਾਂਦੀ ਹੈ, ਜਿਹੜਾ ਕਿ ਹੁਣ ਕਿੰਨੇ ਸਾਲ ਤੁਸੀਂ ਆਰਗੂਮੈਂਟ ਦਿਓਗੇ, ਉਹ ਆਰਗੂਮੈਂਟ ਹੈ ਕਿ ਸਾਡਾ ਜਿਹੜਾ ਸੂਬਾ ਜੇ ਸਰਹੱਦੀ ਸੂਬਾ, ਇਹ ਤਾਂ 1947 ਤੋਂ ਹੈ ਹੀ ਹੈ ਭਾਈ, ਇਹਨੂੰ ਤਾਂ ਬਦਲ ਨਹੀਂ ਸਕਦੇ ਆਪਾਂ। ਤੁਹਾਡਾ ਬਾਰਡਰ ਵੀ ਲਾਈਵ ਹੈ, ਇਹ ਵੀ ਆਪਾਂ ਹੈਲਪ ਨਹੀਂ ਕਰ ਸਕਦੇ। ਸੈਂਟਰ ਗੌਰਮੈਂਟ ਹੀ ਪਾਕਿਸਤਾਨ ਨਾਲ ਕੋਈ ਹਿਸਾਬ ਕਿਤਾਬ ਠੀਕ ਕਰ ਸਕਦੀ ਹੈ, ਪੰਜਾਬ ਦੇ ਹੱਥ ਤਾਂ ਹੈ ਨਹੀਂ। ਤੀਜਾ ਇਹ ਹੈ ਕਿ ਜਿਹੜਾ ਸਾਡੀ ਲੈਂਡ ਮਹਿੰਗੀ ਹੈ, ਪਰ ਇਹ ਸਾਰੇ ਫੈਕਟਰ ਹੁੰਦੇ ਹੋਏ ਵੀ ਮੈਂ ਕਹਾਂਗਾ ਕਿ ਇੱਥੇ ਜਿਹੜਾ ਇਨਵੈਸਟਮੈਂਟ ਦਾ ਕਲਾਈਮੇਟ ਹੈ ਉਹ ਠੀਕ ਨਹੀਂ ਹੈ। ਅੱਛਾ, ਇੱਕ ਜਿਹੜਾ ਪਰਸੈਪਸ਼ਨ ਬਣ ਗਿਆ, ਜਿਹੜਾ ਪ੍ਰਾਈਵੇਟ ਜਿਹੜੀ ਇਨਵੈਸਟਮੈਂਟ ਹੁੰਦੀ ਉਹ ਕਬੂਤਰ ਹੁੰਦੇ ਨੇ, ਤੁਸੀਂ ਮਾੜਾ ਜਿਹਾ ਵੀ ਖੜਕਾ ਕਰੋ ਤਾਂ ਕਬੂਤਰ ਉੱਡ ਜਾਂਦਾ ਹੈ। ਸੋ ਇਹ ਪ੍ਰਾਈਵੇਟ ਇਨਵੈਸਟਮੈਂਟ ਲਿਆਉਣ ਲਈ ਤੁਹਾਨੂੰ ਇੱਕ ਮੈਸੇਜ ਭੇਜਣਾ ਪਏਗਾ ਕਿ ਯੈਸ ਵੀ ਮੀਨ ਬਿਜ਼ਨਸ। ਕਈ ਵਾਰੀ ਤਾਂ ਇਹ ਵੀ ਪਹਿਲੇ, ਹੁਣ ਦਾ ਮੈਨੂੰ ਪਤਾ ਨਹੀਂ ਇਹ ਸਰਕਾਰ ਕੀ ਕਰੇਗੀ, ਹੋ ਸਕਦਾ ਚੰਗਾ ਹੀ ਕਰੇ, ਪਰ ਪਹਿਲਾਂ ਇਹ ਵੀ ਸੁਣਨ 'ਚ ਆਇਆ ਕਿ ਕੋਈ ਵੀ ਵੱਡਾ ਉਦਯੋਗ ਜਾਂ ਇਨਵੈਸਟਮੈਂਟ ਹੋਣ ਤੋਂ ਪਹਿਲਾਂ ਇਹ ਹਿੱਸਾ ਮੰਗਣ ਲੱਗ ਜਾਂਦੇ ਨੇ ਆਪਣਾ। ਸੋ ਇਹ ਜਦੋਂ ਹਿੱਸਾ ਮੰਗਣ ਲੱਗ ਜਾਓਗੇ ਤੇ ਪ੍ਰਾਈਵੇਟ ਇਨਵੈਸਟਮੈਂਟ, ਅੱਜ ਕੱਲ੍ਹ ਕੰਪੀਟੀਸ਼ਨ ਬਹੁਤ ਹੈ, ਸਾਰੀਆਂ ਸਟੇਟਾਂ ਖਿੱਚ ਰਹੀਆਂ ਨੇ। ਸੋ ਮੈਨੂੰ ਲੱਗਦਾ ਕਿ ਇਹ ਸਿਲਸਿਲਾ ਬੰਦ ਕਰਨਾ ਚਾਹੀਦਾ ਹੈ। ਪ੍ਰਾਈਵੇਟ ਇਨਵੈਸਟਮੈਂਟ, ਦੂਜੀ ਗੱਲ, ਪ੍ਰਾਈਵੇਟ ਇਨਵੈਸਟਮੈਂਟ ਉੱਥੇ ਵੱਧ ਆਏਗੀ ਜਿੱਥੇ ਸਰਕਾਰ ਦੇ ਕੋਲ ਆਪਣੇ ਇਨਵੈਸਟਮੈਂਟ ਦੀ ਸਮਰੱਥਾ ਵੀ ਹੈ। ਪੰਜਾਬ ਸਰਕਾਰ ਤਾਂ ਇੰਨੇ ਵੇ ਫਾਈਨੈਂਸ਼ੀਅਲ ਬੈਂਕਰਪਸੀ ਤੇ ਪਹੁੰਚੀ ਹੋਈ ਹੈ ਜੀ, ਕਰਜ਼ਾ ਲੈ ਕੇ ਇਹ ਕੰਮ ਚਲਾ ਰਹੇ ਸੀ। ਕਰਜ਼ੇ ਤੋਂ ਵੀ ਉੱਪਰ ਓਵਰਡਰਾਫਟ ਤੋਂ ਬੇਜ਼ਮੈਨ ਮੀਨਸ, ਤੇ ਕਰਜ਼ਾ ਲੈ ਕੇ ਤੁਸੀਂ ਕਰਜ਼ਾ ਮਾਫ ਕਰ ਰਹੇ ਹੋ, ਕਰਜ਼ਾ ਲੈ ਕੇ ਤੁਸੀਂ ਮੁਫਤ ਸਹੂਲਤਾਂ ਦੇ ਰਹੇ ਹੋ, ਹੈ ਨਾ। ਇਹ ਮੈਂ ਸਮਝਦਾ ਕਿ ਕਿਸੇ ਵੀ ਜਿਹੜਾ ਅਮੀਰ ਆਦਮੀ ਆ ਉਹਨੂੰ ਕੋਈ ਮੁਫਤ ਸਹੂਲਤ ਨਹੀਂ ਹੋਣੀ ਚਾਹੀਦੀ, ਕਿਸੇ ਵੀ ਅਮੀਰ ਆਦਮੀ ਨੂੰ ਕੋਈ ਸਬਸਿਡੀ ਨਹੀਂ ਹੋਣੀ ਚਾਹੀਦੀ। ਸਬਸਿਡੀ ਦਾ ਪਰਪਸ ਇਹ ਹੁੰਦਾ ਹੈ ਕਿ ਤੁਸੀਂ ਬਹੁਤ ਕੋਈ ਇਕਨੋਮਿਕ ਕ੍ਰਾਈਸਿਸ ਹੈ, ਡਿਸਟ੍ਰੈਸ ਹੈ, ਉਹਦੀ ਹੈਲਪ ਕਰੋ, ਮੁਫਤ ਵੀ ਦੇ ਦਿਓ, ਮੈਂ ਉਲਟ ਨਹੀਂ ਹਾਂ।
ਨਾ ਮੁਫਤ ਦੇਣ ਦੇ, ਨਾ ਸਬਸਿਡੀ ਦੇ, ਕਿ ਜਿਹਨੂੰ ਲੋੜ ਹੈ ਜ਼ਰੂਰ ਦਿਓ। ਪਰ ਨਾਲ ਦੀ ਨਾਲ ਜਿਹਨੂੰ ਨਹੀਂ ਲੋੜ ਉਹਨੂੰ ਕਿ, ਫਾਰ ਐਗਜ਼ਾਮਪਲ ਮੈਂ 2 ਐਗਜ਼ਾਮਪਲਸ ਦੇਣਾ ਤੁਹਾਨੂੰ, ਜੀ, ਜੀ। ਕਿ ਪਹਿਲੇ ਕਾਂਗਰਸ ਸਰਕਾਰ ਨੇ ਕਰ ਦਿੱਤਾ ਕਿ ਅਸੀਂ ਹਰ ਔਰਤ ਜਿਹੜੀ ਹੈ ਉਹਨੂੰ ਮੁਫਤ ਸਹੂਲਤ ਦਿਆਂਗੇ ਟਰੈਵਲ ਬੱਸਾਂ 'ਚ ਸਫ਼ਰ ਕਰਨ ਦੀ। ਇਹ ਕੀ ਫੈਸਲਾ ਵੀ? ਇਹ ਨਵਕਾਸ ਹੋਣਾ ਹੈਗਾ ਕਿ ਤੁਸੀਂ ਜਿਸ ਦਿਨ ਤੁਹਾਡਾ ਪਬਲਿਕ ਸੈਕਟਰ ਦੀਆਂ ਬੱਸਾਂ ਡਿਪਾਰਟਮੈਂਟ ਟਰਾਂਸਪੋਰਟ ਮਰ ਗਿਆ, ਉਸ ਤੋਂ ਬਾਅਦ ਉਹਨਾਂ ਨੂੰ ਕਿਹੜੀ ਫ੍ਰੀ ਬੱਸ 'ਤੇ ਚੜਾਓਗੇ? ਪ੍ਰਾਈਵੇਟ ਬੱਸ ਨੇ ਤਾਂ ਕਿਸੇ ਨੇ ਦੇਣਾ ਨਹੀਂ। ਇਹਦਾ ਮਤਲਬ ਹੈ ਕਿ ਅਸੀਂ ਆਪਣੀ ਪਬਲਿਕ ਸੈਕਟਰ ਟਰਾਂਸਪੋਰਟ ਨੂੰ ਮਾਰਨ ਦੀ ਤਿਆਰੀ ਕਰ ਲਈ ਹੈ, ਉਹਦਾ ਇੱਕ ਰੋਡ ਮੈਪ ਤਿਆਰ ਕਰ ਲਿਆ। ਇਸੇ ਤਰ੍ਹਾਂ ਜਿਹੜੇ ਉਸ ਤੋਂ ਬਾਅਦ CM ਬਣੇ ਚੰਨੀ, ਉਹਨਾਂ ਨੇ ਕਿਹਾ ਕਿ ਅਸੀਂ 3 ਰੁਪਏ ਬਿਜਲੀ ਦਿਆਂਗੇ। ਤੁਹਾਡੀ ਕਾਸਟ ਤੋਂ ਘੱਟ ਤੁਸੀਂ ਕਿਵੇਂ ਦੇ ਸਕਦੇ ਹੋ? ਠੀਕ ਹੈ। ਤੇ ਹੁਣ ਇਹ ਸਰਕਾਰ ਕਹਿ ਰਹੀ ਹੈ ਕਿ 300 ਯੂਨਿਟ ਫ੍ਰੀ ਦੇਵਾਂਗੇ, ਜਾਂ ਹਰ ਔਰਤ ਨੂੰ ਅਸੀਂ 1000 ਰੁਪਇਆ ਦੇਵਾਂਗੇ। ਮੈਂ ਕਹਿੰਦਾ ਕਿ ਕਿਉਂ ਦਿਓ? ਹਰ ਔਰਤ ਨੂੰ ਜਿਹਨੂੰ ਲੋੜ ਆ ਉਹਨੂੰ ਦਿਓ। ਔਰਤ ਦੇ ਬਜਾਏ, ਔਰਤ ਮਰਦ 'ਚ ਡਿਫਰੈਂਸ ਕਰਨ ਦੀ ਬਜਾਏ, ਇੱਕ ਫੈਮਿਲੀ ਆ, ਜਾਂ ਗਰੀਬ ਹੈ ਜਾਂ ਅਮੀਰ ਹੈ, ਠੀਕ ਹੈ। ਸੋ ਇੱਕ ਫੈਮਿਲੀ ਨੂੰ ਤੁਸੀਂ ਦਿਓ। ਔਰ ਇੱਥੇ ਮੈਂ ਇੱਕ ਹੋਰ ਵੀ ਕਹਾਂਗਾ ਕਿ ਸਰਕਾਰੀ ਜਿਹੜੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ, ਉਹਦਾ ਤੇ ਤੁਸੀਂ ਪੂਰਾ ਫਾਇਦਾ ਨਹੀਂ ਉਠਾ ਸਕਦੇ, ਕਿਉਂਕਿ ਤੁਹਾਡੇ ਕੋਲ ਆਪਣਾ ਹਿੱਸਾ ਪਾਉਣ ਲਈ ਪੈਸੇ ਨਹੀਂ ਹੈਗੇ, ਤੇ ਤੁਸੀਂ ਹੋਰ ਪਾਸੇ ਤੁਰੇ ਹੋਏ ਹੋ। ਸਿੱਖਿਆ ਤੇ ਸਿਹਤ ਜਿਹੜੇ ਆ, ਇਹ ਵਿਕਾਸ ਦਾ ਰਾਹ ਨੇ। ਸਿੱਖਿਅਤ ਤੇ ਸਿਹਤਮੰਦ ਵਿਅਕਤੀ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾ ਸਕਦਾ ਹੈ। ਇਕਨੋਮਿਕਸ ਦੇ ਇਹ ਫੰਡਾਮੈਂਟਲ ਲਾਜ਼ ਨੇ। ਅੱਜ ਤੋਂ ਕੋਈ 100 ਸਾਲ ਪਹਿਲਾਂ ਜਿਹੜਾ ਮਾਰਸ਼ਲ ਇਕਨੋਮਿਸਟ ਹੋਇਆ, ਉਹਨੇ ਕਿਹਾ ਕਿ ਜਿਹੜੇ ਪੜ੍ਹੇ ਲਿਖੇ ਯੋਗ ਵਿਅਕਤੀ ਨੇ, ਸਿੱਖਿਅਤ ਹੈ, ਹੁਨਰਮੰਦ ਵਿਅਕਤੀ ਨੇ, ਉਹ ਤਾਂ ਰੇਤ ਨੂੰ ਵੀ ਸੋਨਾ ਬਣਾ ਸਕਦੇ ਨੇ। ਜੀ। ਉਹਦਾ ਮਤਲਬ ਇਹ ਹੈ ਕਿ ਜਿਹੜਾ ਤੁਹਾਡਾ ਇੱਕ ਨੈਚੁਰਲ ਲਾਜ਼ ਆਫ ਪ੍ਰੋਡਕਸ਼ਨ ਹੈ, ਉਹ ਹੁੰਦਾ ਕਿ ਤੁਸੀਂ ਜਿੰਨੇ ਸਾਧਨ ਲਾਉਂਦੇ ਹੋ ਓਵਰ ਦਾ ਪੀਰੀਅਡ ਆਫ ਟਾਈਮ, ਉਹਨਾਂ ਦੇ ਪ੍ਰਪੋਰਸ਼ਨੇਟਲੀ ਤੁਹਾਡੇ ਕੋਲ ਘੱਟ ਰਿਟਰਨ ਆਉਂਦਾ ਹੈ। ਪਰ ਜੇ ਤੁਹਾਡਾ ਹਿਊਮਨ ਕੈਪੀਟਲ ਜਿਹੜੀ ਹੈ ਉਹ ਠੀਕ ਹੈ, ਸਿੱਖਿਅਤ ਹੈ, ਸਿਹਤਮੰਦ ਹੈ, ਹੁਨਰਮੰਦ ਹੈ, ਤਾਂ ਉਹ ਇਸ ਨੂੰ ਡਿਮਿਨਿਸ਼ਿੰਗ ਰਿਟਰਨ ਦੀ ਬਜਾਏ ਇਨਕਰੀਜ਼ਿੰਗ ਰਿਟਰਨ ਪਾ ਸਕਦੀ। ਇੱਥੇ ਮੈਂ ਇੱਕ ਗੱਲ ਹੋਰ ਮੈਂ ਕਹਾਂਗਾ ਕਿ ਤੁਸੀਂ ਇਹ ਸਵਾਲ ਪੁੱਛੋ, ਸਰਕਾਰ ਵੀ, ਆਪਾਂ ਵੀ ਪੁੱਛੀਏ, ਲੋਕ ਪੁੱਛਣ ਕਿ ਪੰਜਾਬ ਦੀ ਸਟਰੈਂਥ ਕੀ ਹੈ ਤੇ ਵੀਕਨੈਸ ਕੀ ਹੈ। ਜੀ, ਬਿਲਕੁਲ ਇਹ ਅਹਿਮ ਸਵਾਲ ਹੈ ਸਾਰਿਆਂ ਦਾ। ਸਵੋਟ ਐਨਾਲਿਸਿਸ ਜਿਹੜਾ ਬਹੁਤ ਇੰਪੋਰਟੈਂਟ ਹੈ। ਸਰਕਾਰ ਜਿਹੜਾ ਪੰਜਾਬ ਦੀ ਜਿਹੜੀ ਸਟਰੈਂਥ ਹੈ, ਉਹ ਮੈਂ ਸਮਝਦਾ ਕਿ 2-3 ਨੇ। ਇੱਕ ਤਾਂ ਇੱਥੋਂ ਦੀ ਹਿਊਮਨ ਕੈਪੀਟਲ ਹੈ, ਮਨੁੱਖੀ ਸਰੋਤ ਹੈ। ਦੂਜਾ ਤੁਹਾਡੀ ਜ਼ਰਖੇਜ਼ ਜ਼ਮੀਨ ਹੈ। ਤੀਜਾ ਪਾਣੀ ਹੈ। ਚੌਥਾ ਤੁਹਾਡੀ ਜਿਹੜੀ ਸਟਰੈਂਥ ਹੈ, ਉਹ ਤੁਹਾਡੇ ਲਘੂ ਤੇ ਛੋਟੇ ਉਦਯੋਗ ਨੇ ਜਾਂ ਮੀਡੀਅਮ ਉਦਯੋਗ ਨੇ। ਤੁਸੀਂ ਇਹ ਸਾਰਿਆਂ ਨੂੰ ਠੀਕ ਕਰੋ, ਤਾਂ ਜਾ ਕੇ ਪੰਜਾਬ ਦਾ ਭਲਾ ਹੋ ਸਕਦਾ। ਮਤਲਬ ਕਿ ਪੰਜਾਬ ਨੂੰ ਅਗਰ ਅਸੀਂ ਡੈਪਥ ਟ੍ਰੈਪ 'ਚੋਂ ਕੱਢ ਕੇ ਵਿਕਾਸ ਦੇ ਰਾਹ 'ਤੇ ਪਾਉਣਾ, ਤਾਂ ਸਾਨੂੰ ਇਹ ਜਿਹੜੀ ਤੁਸੀਂ ਕੀ ਸੋਚਦੇ ਹੋ, ਸਾਡੇ ਕੋਲ ਕੀ ਹੋਣਾ ਚਾਹੀਦਾ ਉਹਦੇ ਬਾਰੇ? ਦੇਖੋ, ਮੈਂ ਇਹ ਕਹਿਣਾ ਕਿ ਜਿਹੜਾ ਇਹ ਸਟਰੈਂਥ ਆ ਤੁਹਾਡੀ, ਮਨੁੱਖੀ ਸਰੋਤ ਹੈ, ਇਹਨੂੰ ਕੁਆਲਿਟੀ ਐਜੂਕੇਸ਼ਨ ਨਾਲ, ਚੰਗੀ ਸਿਹਤ ਨਾਲ, ਚੰਗੇ ਹੁਨਰ ਸਕਿੱਲ ਨਾਲ ਲੈਸ ਕਰੋ। ਅਤੇ ਉਸ ਤੋਂ ਬਾਅਦ ਉਹਨਾਂ ਲਈ ਇੱਕ ਵਾਈਡਨਿੰਗ ਚੋਇਸਿਸ ਹੋਵੇ ਕਿ ਉਹ ਭਾਵੇਂ ਸੈਲਫ ਇੰਪਲੋਇਮੈਂਟ ਕਰਨ, ਸੈਲਫ ਐਂਟਰਪ੍ਰਾਈਜ਼ ਕਰਨ, ਭਾਵੇਂ ਹੋਰ ਪ੍ਰਾਈਵੇਟ ਜੋਬ ਕਰਨ, ਭਾਵੇਂ ਉਹ ਸਰਕਾਰੀ ਜੋਬ, ਉਹਨਾਂ ਦਾ ਇੱਕ ਖਾਸ ਰੋਲ ਹੋ ਸਕਦਾ ਹੈ। ਇੱਕ ਤਾਂ ਇਹ ਹੈ। ਦੂਜਾ ਹੈ ਕਿ ਤੁਸੀਂ ਪੰਜਾਬ ਦੀ ਜਿਹੜੀ ਮਿੱਟੀ ਅਤੇ ਪਾਣੀ ਹੈ, ਇਹਨੂੰ ਬਚਾਓ, ਖੇਤੀ ਨੂੰ ਬਚਾਓ। ਅਤੇ ਤੀਜਾ ਹੈ ਕਿ ਜਿਹੜਾ ਤੁਹਾਡਾ ਲਘੂ ਅਤੇ ਛੋਟੇ ਅਤੇ ਮੀਡੀਅਮ ਉਦਯੋਗ ਹੈ, ਉਹਨਾਂ ਨੂੰ ਬਚਾਓ। ਹੁਣ ਮੈਂ ਇੱਕ ਐਗਜ਼ਾਮਪਲ ਤੁਹਾਡੇ ਨਾਲ ਸ਼ੇਅਰ ਕਰਨੀ ਚਾਹਾਂਗਾ ਕਿ 14.65 ਲੱਖ ਸਾਡੇ ਕੋਲ ਲਘੂ ਅਤੇ ਮਾਈਕਰੋ ਲਘੂ ਅਤੇ ਛੋਟੇ ਉਦਯੋਗ ਨੇ, ਜਿਨ੍ਹਾਂ ਵਿੱਚੋਂ ਰਾਦਰ 14.56 ਲੱਖ ਤੇ ਲਘੂ ਨੇ। ਔਰ ਮੈਂ ਇਹ ਵੀ ਕਹਾਂਗਾ ਕਿ ਸਾਰਿਆਂ ਦੀ ਰਜਿਸਟ੍ਰੇਸ਼ਨ ਵੀ ਨਹੀਂ ਹੋਈ। ਅੱਛਾ, ਇਹ ਉਹ ਨੇ ਜਿਹੜੇ ਰਜਿਸਟਰਡ ਨੇ ਤੁਹਾਡੇ ਮੁਤਾਬਕ? ਨਹੀਂ, ਅਨਰਜਿਸਟਰਡ ਨੇ। ਇਹਨਾਂ 'ਚੋਂ ਕੋਈ 2.5 ਲੱਖ ਰਜਿਸਟਰਡ ਨੇ, ਬਾਕੀ ਤਾਂ ਅਨਰਜਿਸਟਰਡ ਨੇ। ਸੋ ਅਸੀਂ ਜਦੋਂ ਪਹਿਲਾਂ ਲੁਧਿਆਣੇ ਬੈਠ ਕੇ ਕੁਛ ਹਫ਼ਤਾ 10 ਦਿਨ ਕੰਮ ਕੀਤਾ ਇਹਨਾਂ ਨਾਲ, ਮਿਲੇ ਗਿਲੇ ਐਸੋਸੀਏਸ਼ਨਾਂ ਨਾਲ, ਇੰਡਸਟਰੀਲਿਸਟਾਂ ਨਾਲ, ਤਾਂ ਉਹ 'ਚ 2-3 ਚੀਜ਼ਾਂ ਸਾਹਮਣੇ ਆਇਆ ਕਿ ਜਿਹੜਾ ਛੋਟਾ ਅਤੇ ਲਘੂ ਉਦਯੋਗ ਹੈ ਨਾ, ਉਹਨਾਂ ਦੀ ਸਮੱਸਿਆ ਹੈ ਕਿ ਉਹਨਾਂ ਨੂੰ ਬੈਂਕ ਫਾਈਨਾਂਸ ਨਹੀਂ ਪ੍ਰੋਪਰ ਕਰ ਰਹੇ। ਉਹਨਾਂ ਦੀ ਸਮੱਸਿਆ ਹੈ ਕਿ ਉਹਨਾਂ ਕੋਲ ਸਕਿੱਲ ਜਿਸ ਕਿਸਮ ਦਾ ਹੋਣਾ ਚਾਹੀਦਾ ਉਹ ਅਪਡੇਟ ਨਹੀਂ ਹੋ ਰਿਹਾ। ਉਹਨਾਂ ਦੀ ਸਮੱਸਿਆ ਟੈਕਨੋਲੋਜੀ ਦੀ, ਅਤੇ ਸਰਕਾਰ ਨੂੰ ਜੇ ਉਹਨਾਂ ਦੀ ਬਾਂਹ ਫੜੇ ਤਾਂ ਕਾਫੀ ਹੱਦ ਤੱਕ ਰੁਜ਼ਗਾਰ ਜਿਹੜਾ ਉਸ ਵਿੱਚ ਵੱਧ ਸਕਦਾ ਹੈ, ਇਸ ਤਰ੍ਹਾਂ ਮੀਡੀਅਮ ਇੰਡਸਟਰੀ ਦੇ ਵਿੱਚ। ਤੀਜੀ ਜਿਹੜੀ ਹੈ ਸਾਡਾ ਸਰਵਿਸ ਸੈਕਟਰ ਹੈ। ਸਰਵਿਸ ਸੈਕਟਰ ਜਿਹੜਾ ਹੈ ਉਹ ਠੀਕ ਹੈ ਸਾਡਾ, ਪਰ ਉਹਦੇ 'ਚ ਟੈਕਨੋਲੋਜੀਕਲ ਟੈਕਨੋਲੋਜੀ ਲੈ ਕੇ ਹੋਰ ਇੰਪਰੂਵ ਕਰਨ ਦੀ ਲੋੜ ਹੈ। ਹੁਣ ਤੁਸੀਂ ਬਹੁਤ ਜਿਹੜਾ ਅਹਿਮ ਸਵਾਲ ਪੁੱਛਿਆ, ਉਹਦੇ ਵੱਲ ਮੈਂ ਆ ਰਿਹਾ। ਉਹ ਅਹਿਮ ਸਵਾਲ ਹੈ ਕਿ ਪੰਜਾਬ ਦਾ ਜਿਹੜਾ ਵਿਕਾਸ ਦਰ ਹੈ ਉਹ ਕਿਵੇਂ ਵਧਾਇਆ ਜਾ ਸਕਦਾ ਹੈ, ਪੰਜਾਬ 'ਚ ਰੁਜ਼ਗਾਰ ਕਿਵੇਂ ਪੈਦਾ ਕੀਤਾ ਜਾ ਸਕਦਾ ਹੈ,
ਯੂਥ ਨੂੰ ਬਾਹਰ ਜਾਣ ਤੋਂ ਕਿਵੇਂ ਰੋਕਿਆ ਸਭ ਜਾ ਸਭ ਤੋਂ ਬੜਾ ਅਹਿਮ ਸਵਾਲ ਹੈ ਵੀ ਯੂਥ ਸਾਡਾ ਹਿਊਮਨ ਕੈਪੀਟਲ ਵੀ ਬਾਹਰ ਜਾ ਰਹੀ ਹੈ, ਸਕਦਾ? ਕੈਪੀਟਲ ਵੀ ਬਾਹਰ ਜਾ ਰਿਹਾ ਸਾਡਾ। ਕੈਪੀਟਲ ਬਿਲਕੁਲ, ਸਾਡੇ ਕੋਲ ਸਾਡੀ ਫਿਜ਼ੀਕਲ ਕੈਪੀਟਲ ਵੀ ਬਾਹਰ ਜਾ ਰਹੀ ਹੈ ਤੇ ਹਿਊਮਨ ਕੈਪੀਟਲ ਵੀ ਬਾਹਰ ਜਾ ਰਹੀ ਹੈ। ਇਹਦੇ ਬਾਰੇ ਮੈਂ ਹੁਣੇ ਗੱਲ ਕਰਾਂਗਾ। ਇਸ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਜਿਹੜੀਆਂ ਫ੍ਰੀ ਬੀਜ਼ ਨੇ ਉਹ ਟਾਰਗੇਟਡ ਕੀਤੀਆਂ ਜਾਣ, ਜਿਹਨੂੰ ਬਿਲਕੁਲ ਲੋੜ ਹੈ ਉਹ ਦਿੱਤੀ ਜਾਵੇ, ਤੇ ਦੂਜਾ ਜਿਹੜਾ ਸਬਸਿਡੀ ਹੈ ਉਹ ਵੀ ਟਾਰਗੇਟਡ ਹੋਵੇ, ਤੇ ਤੀਜਾ ਹੈ ਕਿ ਰਿਸੋਰਸ ਮੋਬਿਲਾਈਜੇਸ਼ਨ ਪ੍ਰੋਪਰ ਜਿਹੜੀ ਕੀਤੀ ਜਾਵੇ। ਮੈਂ ਤੁਹਾਨੂੰ ਦੱਸਦਾ ਕਿ ਮੈਂ ਵਰਕਆਊਟ ਕੀਤਾ ਹੋਇਆ ਸੇਵੇਂ ਫਾਈਨਾਂਸ ਕਮਿਸ਼ਨ ਦੇ ਨਾਲ ਕੰਮ ਕਰਨ ਦਾ ਜਦੋਂ ਮੌਕਾ ਮਿਲਿਆ, ਜੀ ਜੀ ਬਿਲਕੁਲ। ਤਾਂ ਉਹਦੇ ਵਿੱਚ ਅਸੀਂ ਦੇਖਿਆ ਕਿ ਗਵਰਨਰ ਸਾਹਿਬ ਨੇ ਵੀ ਤੁਹਾਡਾ ਜਿਹੜਾ ਰੈਫਰੈਂਸ ਜਿਹੜਾ ਤੁਸੀਂ ਦਿੱਤੀ ਉਹ ਨਹੀਂ, ਸਾਰਾ ਉਹਦੇ 'ਚ ਪਿਆ ਜੀ। ਉਹ ਕਮਿਸ਼ਨ ਦੀ ਰਿਪੋਰਟ 'ਚ ਹੈ ਮੇਰਾ ਰੈਫਰੈਂਸ। ਅੱਛਾ ਜਿਹੜੀ ਕਮਿਸ਼ਨ ਚੇਅਰਮੈਨ ਨੇ, ਕਮਿਸ਼ਨ ਨੇ ਗਵਰਨਰ ਸਾਹਿਬ ਨੂੰ ਫਾਈਨਲ ਰਿਪੋਰਟ ਦਿੱਤੀ ਹੈ, ਜੀ ਉਹਦੇ ਵਿੱਚ ਰਿਪੋਰਟ ਦੇ ਵਿੱਚ ਇੱਕ ਪੇਜ ਇਸੇ ਤੇ ਮੇਰਾ ਬਾਈ ਨੇਮ ਲੱਗਿਆ ਹੋਇਆ, ਉਹ ਇਹ ਹੈ ਕਿ ਰਿਸੋਰਸਿਸ ਕਿੱਥੋਂ ਆ ਸਕਦੇ ਨੇ। ਉਹਦੇ ਵਿੱਚ ਮੈਂ ਵਰਕਆਊਟ ਕੀਤਾ ਕਿ 28,500 ਕਰੋੜ ਰੁਪਈਆ 28,500 ਕਰੋੜ। ਰੁਪਈਆ ਐਨੂਅਲੀ, ਇੱਕ ਸਾਲ ਦਾ, ਬਿਨਾਂ ਕਿਸੇ ਟੈਕਸ ਤੋਂ ਹੋਰ ਆ ਸਕਦਾ ਹੈ। ਹੁਣ ਤੁਸੀਂ ਪੁੱਛੋ ਜਿਹੜੀ ਕਿ ਕਹਿਣ ਤੋਂ ਭਾਵ ਹੈ ਵੀ ਟੈਕਸ ਵੀ ਨਹੀਂ ਕੋਈ ਲਾਉਣਾ ਤੇ ਇੰਨਾ ਪੈਸਾ ਇਹਦਾ ਹੋਰ ਆ ਪੈਸਾ ਹੋਰ ਸਕਦਾ ਹੈ। ਇਹਦਾ ਦੂਜੇ ਸ਼ਬਦਾਂ 'ਚ ਇਹ ਮਤਲਬ ਹੈ ਕਿ ਜਿੰਨਾ ਸਾਡੇ ਕੋਲ ਪੈਸਾ ਹੋਣਾ ਚਾਹੀਦਾ, ਆਉਣਾ ਚਾਹੀਦਾ ਸਰਕਾਰੀ ਖਜ਼ਾਨੇ 'ਚ, ਉਹ ਅਸੀਂ ਨਹੀਂ ਲਿਆ ਰਹੇ। ਇਹਦਾ ਮਤਲਬ ਕਿਤੇ ਹੋਰ ਜਾ ਰਿਹਾ। ਇਹਦਾ ਮਤਲਬ ਕਿ ਉਹ ਜਿੱਥੇ ਜਿੱਥੇ ਉਹਦੇ ਜਿਹੜੇ ਸੋਰਸਿਸ ਨੇ, ਮੈਂ ਤੁਹਾਨੂੰ ਦੱਸ, GST ਬਹੁਤ ਵੱਡਾ ਉਹਦਾ ਸੋਰਸ ਹੈ। ਹਾਂ ਇਹ ਬਹੁਤ ਜ਼ਰੂਰੀ ਹੈ ਜੀ, ਸਾਨੂੰ ਇਹ ਤਾਂ ਪਤਾ ਲੱਗੇ ਵੀ ਸਾਡਾ ਪੈਸਾ ਜਾ ਕਿੱਥੇ ਰਿਹਾ ਹੈ। ਦੇਖੋ ਮੈਂ ਉਹਦੇ ਬਾਰੇ ਮੈਂ ਗੱਲ ਕਰਦੇ ਹਾਂ ਕਿ GST ਦੇ ਵਿੱਚ ਜਿਹੜੇ ਮੇਰੇ ਐਸਟੀਮੇਟ ਨੇ, ਘੱਟੋ ਘੱਟ 9,000 ਕਰੋੜ ਰੁਪਈਆ ਐਨੂਅਲੀ ਇਕੱਲੇ GST ਨੂੰ ਠੀਕ ਕਰਨ 'ਚ ਪੰਜਾਬ ਦੇ ਹਿੱਸੇ ਆ ਸਕਦਾ। ਵੈਸੇ ਤਾਂ ਇਹ ਦੋ ਹਿੱਸੇ ਹੁੰਦੇ ਨੇ, ਇੱਕ ਸੈਂਟਰਲ GST ਹੈ, ਇੱਕ ਸਟੇਟ GST ਹੈ। ਸਟੇਟ ਦਾ GST 9,000 ਕਰੋੜ ਰੁਪਈਆ ਉਹ ਹੋਰ ਆ ਸਕਦਾ, ਤੇ ਇਹਦਾ ਮਤਲਬ ਸੈਂਟਰਲ ਨੂੰ ਵੀ 9,000 ਕਰੋੜ ਰੁਪਈਆ ਹੋਰ ਜਾ ਸਕਦਾ। ਦੂਜਾ ਐਕਸਾਈਜ਼ 5,000 ਕਰੋੜ ਰੁਪਈਆ ਤੁਹਾਡੇ ਐਕਸਾਈਜ਼ 'ਚੋਂ ਹੋਰ ਆ ਸਕਦਾ, ਠੀਕ ਹੈ। ਫਿਰ ਪ੍ਰੋਫੈਸ਼ਨਲ ਟੈਕਸ ਹੈ, ਪ੍ਰੋਪਰਟੀ ਟੈਕਸ ਹੈ, ਫਿਰ ਇਹ ਜਿਹੜੀਆਂ ਰੇਤਾ ਤੇ ਮਾਈਨਿੰਗ ਤੇ ਹੋਰ ਹੈ, ਜਾਂ ਕੇਬਲ ਤੇ ਟਰਾਂਸਪੋਰਟ ਹੈ, ਇਹ ਜਾਂ ਸਮਾਜਿਕ ਸਕੀਮਾਂ 'ਚ ਜਿਹੜੀ ਪਿਲਫਰੇਜ ਹੈ, ਕਿ ਭਾਵੇਂ ਉਹ ਓਲਡ ਏਜ ਪੈਨਸ਼ਨ ਆ, ਭਾਵੇਂ ਉੱਥੇ ਵੀ ਬੜੀ ਹੇਰਾਫੇਰੀ ਹੈ। ਸੋ ਇਹ ਸਾਰਾ ਕਰ ਕਰਾ ਕੇ ਟੋਟਲ ਜਿਹੜਾ ਆਪਣਾ ਜਿਹੜਾ ਬਣਦਾ ਹੈ ਅਸ਼ਕ ਜੀ, ਉਹ ਬਣਦਾ ਹੈ 28,500 ਕਰੋੜ ਸਾਲ ਦਾ, ਬਿਨਾਂ ਟੈਕਸ ਲਾਉਣ ਤੋਂ। ਮਤਲਬ ਕਿ ਇਹ ਤਕਰੀਬਨ 40% ਤਾਂ ਬਣ ਜਾਂਦਾ ਹੋਏਗਾ ਜਿੰਨੀ ਕੁ ਸਾਡੀ ਇਨਕਮ ਹੋਣੀ ਚਾਹੀਦੀ ਹੈ। ਇਹਦੇ ਵਿੱਚ ਆਪਾਂ ਇੱਕ ਥੋੜਾ ਜਿਹਾ ਮੈਂ ਇਜ਼ਾਫਾ ਹੋਰ ਕਰਾਂਗਾ, ਇੱਕ ਗੱਲ ਹੋਰ ਐਡ ਕਰਾਂਗਾ ਕਿ ਜੇ ਆਪਾਂ ਥੋੜਾ ਜਿਹਾ ਵੀ ਟੈਕਸ ਸਿਸਟਮ ਨੂੰ ਰੈਸ਼ਨਲਾਈਜ਼ ਕਰ ਲਈਏ ਕਿ 10,000 ਕਰੋੜ ਵੀ ਹੋਰ ਵੀ ਆ ਸਕਦਾ, ਵਿਚ ਮੀਨਸ ਕਿ 38,500 ਕਰੋੜ ਰੁਪਈਆ ਐਨੂਅਲੀ ਅਸੀਂ ਸਰਕਾਰੀ ਖਜ਼ਾਨੇ 'ਚ ਹੋਰ ਲਿਆ ਸਕਦੇ ਹਾਂ ਬਿਨਾਂ ਟੈਕਸ ਤੋਂ। ਇਹ 28,500 ਕਰੋੜ ਬਿਨਾਂ ਟੈਕਸ ਤੋਂ, ਤੇ ਥੋੜਾ ਟੈਕਸ ਸਿਸਟਮ ਰੈਸ਼ਨਲਾਈਜ਼ ਕਰਕੇ 10,000 38,500। ਇਹ ਕਿੰਨੇ ਪਰਸੈਂਟ ਬਣ ਗਿਆ ਜੀ ਕੁੱਲ? ਆਲਮੋਸਟ ਮੈਂ ਤਾਂ ਕਹਿੰਦਾ 50% ਹੀ। ਦੇਖੋ ਜੀ, ਜਿਹੜਾ ਤੁਹਾਡਾ ਆਪਣਾ ਰੈਵਨਿਊ ਹੁਣ ਇਸ ਵੇਲੇ ਇਕੱਠਾ ਹੋ ਰਿਹਾ, ਉਹਦਾ ਆਲਮੋਸਟ 50% ਬਣ ਜਾਂਦਾ, ਕਿਉਂਕਿ ਬਜਟ ਐਸਟੀਮੇਟ ਤਾਂ ਇਹ 98,000 ਜਾਂ ਆਪਣਾ ਔਨ ਰੈਵਨਿਊ ਕਰਦੇ ਨੇ। ਉਹ ਟੋਟਲ ਬਜਟ ਤਾਂ 1,70,000 ਕਰੋੜ ਦਾ ਹੈਗਾ ਇੱਕ, ਹੈ ਨਾ। ਸੋ ਇਹ 1.7 ਲੱਖ ਕਰੋੜ ਦਾ ਹੈਗਾ, ਪਰ ਜਿਹਦੇ ਵਿੱਚੋਂ ਆਪਣਾ ਰੈਵਨਿਊ ਜਿਹੜਾ ਹੈ ਉਹ ਕੋਈ ਇਹ 98,000 ਕਰੋੜ ਬਜਟ ਕਹਿੰਦੇ ਨੇ। ਪਰ ਬਜਟ ਦੇ ਵਿੱਚੋਂ ਉਹ ਬਜਟ ਐਸਟੀਮੇਟਸ ਹੈ ਨਾ, ਜਿਵੇਂ ਹੁਣ ਆਪਾਂ ਇਸ ਸਾਲ ਬਜਟ ਐਸਟੀਮੇਟ ਲਾ ਲਿਆ, ਆਉਣਗੇ ਐਕਚੁਅਲੀ ਕਿੰਨੇ? ਐਕਚੁਅਲੀ ਹੁਣ 70,000 ਕਰੋੜ ਆਏ ਨੇ। ਸੋ ਜੇ ਤੁਸੀਂ 38,000 ਕਰੋੜ ਕਹਿੰਦੇ ਤਾਂ 50% ਤੋਂ ਵੀ ਜ਼ਿਆਦਾ ਹੋ ਜਾਂਦਾ। ਸੋ ਵਿਚ ਮੀਨਸ ਕਿ ਇੰਨਾ ਪੈਸਾ ਸਰਕਾਰੀ ਖਜ਼ਾਨੇ 'ਚ ਹੋਰ ਲਿਆਉਣਾ ਚਾਹੀਦਾ ਹੈ, ਜੇ ਸਰਕਾਰ ਚਾਹੇ ਤਾਂ। ਦੂਜਾ ਮੈਂ ਕਹਾਂਗਾ ਕਿ ਪੈਸੇ ਦੀ ਜਿਹੜੀ ਵਰਤੋਂ ਹੈ ਉਹ ਵਿਕਾਸ ਦੇ ਰਸਤੇ ਵੱਲ ਕਰੋ। ਇਹ ਨਹੀਂ ਕਿ ਤੁਸੀਂ ਕਹੋ ਕਿ ਅਸੀਂ ਇੱਥੋਂ ਪੈਸਾ ਲਿਆ ਕੇ, ਉੱਥੋਂ ਪੈਸਾ ਲਿਆ ਕੇ ਔਰਤਾਂ ਨੂੰ ਫ੍ਰੀ 1,000 ਦੇ ਦਿਆਂਗੇ, ਜਾਂ ਮਤਲਬ 300 ਯੂਨਿਟ ਫ੍ਰੀ ਦੇ ਦਿਆਂਗੇ। ਇਹ ਅਕਰਾਸ ਦਾ ਬੋਰਡ ਫ੍ਰੀ ਠੀਕ ਨਹੀਂ ਹੈ, ਇਹ ਵਿਕਾਸ ਦਾ ਰਸਤਾ ਨਹੀਂ ਹੈ, ਇਹ ਵਿਨਾਸ਼ ਦਾ ਰਸਤਾ ਹੈ। ਤੁਸੀਂ ਕਹੋ ਕਿ ਅਸੀਂ ਇਹ ਜਿਹੜਾ ਐਡੀਸ਼ਨਲ ਪੈਸਾ ਲਿਆਵਾਂਗੇ, ਉਹਨੂੰ ਅਸੀਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਠੀਕ ਲਾਵਾਂਗੇ, ਉਹਨੂੰ ਅਸੀਂ ਸਕੂਲ, ਕਾਲਜ, ਯੂਨੀਵਰਸਿਟੀਆਂ ਠੀਕ ਕਰਨ ਦੇ ਪੈਸੇ ਲਾਵਾਂਗੇ, ਉਹਨੂੰ ਅਸੀਂ ਇਹ ਜਿਹੜਾ ਤੁਹਾਡਾ ਹਸਪਤਾਲ, ਸਿਹਤ, ਉੱਥੇ ਠੀਕ ਕਰਨ ਲਈ ਲਾਵਾਂਗੇ, ਅਤੇ ਉਹ ਰੁਜ਼ਗਾਰ ਮੌਕੇ ਕੈਪੀਟਲ ਜਿਹੜੀ ਸਰਕਾਰ ਇਨਵੈਸਟ ਕਰਨੀ ਉੱਧਰ ਲਾਵਾਂਗੇ। ਸੋ ਮੈਨੂੰ ਲੱਗਦਾ ਇਹ ਸਾਰਾ ਕੁਛ। ਮੈਂ ਤੁਹਾਨੂੰ ਇੱਕ ਬੜੀ ਐਗਜ਼ਾਮਪਲ ਦੇਣਾ ਕਿ ਸਕੂਲ ਤੁਹਾਡੇ ਟੀਚਰ ਹੈ ਨਹੀਂ ਗੇ ਬਹੁਤ ਸਾਰੇ, ਤੁਹਾਡੇ ਪ੍ਰਿੰਸੀਪਲ ਹੈ ਨਹੀਂ ਗੇ, ਕਾਲਜਾਂ 'ਚ ਤੁਹਾਡੇ ਬਹੁਤ ਸਾਰੇ ਕਈ ਇੱਕ ਪ੍ਰਿੰਸੀਪਲ, ਕਈ ਚਾਰਜ ਨੇ। ਤੁਹਾਡੇ ਕੋਲ 1,850 ਦੇ ਕਰੀਬ ਫੈਕਲਟੀ ਗਵਰਨਮੈਂਟ ਕਾਲਜਾਂ ਚਾਹੀਦੀ ਹੈ, ਅਤੇ ਕੋਈ 250-300 ਦੇ ਕਰੀਬ ਰੈਗੂਲਰ, ਬਾਕੀ ਸਭ
ਕੋਈ ਕੰਟਰੈਕਟ ਤੇ ਆ, ਕੋਈ ਗੈਸਟ ਫੈਕਲਟੀ ਆ ਕੋਲ। ਪੰਜਾਬੀ ਯੂਨੀਵਰਸਿਟੀ ਮੇਰੇ ਘਰ ਤੋਂ 1.5 ਕਿਲੋਮੀਟਰ ਤੇ ਹੈ। ਇਹ ਤੇ ਵੱਖਰੇ ਤੌਰ ਦੇ ਉੱਤੇ ਕਹਾਣੀ ਕਹੀ ਜਾ ਸਕਦੀ ਹੈ ਇਹਦੀ ਸਾਰੀ। ਪਰ ਇੱਥੇ ਆਪਾਂ ਇਹਦੇ ਵਿੱਚ ਬਰੀਫਲੀ ਇੱਕ ਗੱਲ ਆਪਾਂ ਨੂੰ ਜ਼ਰੂਰ ਕਰਨੀ ਚਾਹੀਦੀ ਕਿ ਮੈਂ ਇਸ ਯੂਨੀਵਰਸਿਟੀ 30 ਸਾਲ ਪੜ੍ਹਾਉਂਦਾ ਰਿਹਾ ਹੈਗਾ, ਤੇ ਮੈਂ ਬਹੁਤ ਚੜ੍ਹਤ ਵਾਲੀ ਫੇਜ਼ 'ਚ ਯੂਨੀਵਰਸਿਟੀ ਦੇਖੀ ਹੈ। ਤੇ ਅੱਜ ਮੈਨੂੰ ਦੁੱਖ ਹੋ ਰਿਹਾ ਕਿ ਇਹ ਯੂਨੀਵਰਸਿਟੀ ਪੈਸੇ ਨੂੰ ਤਰਸ ਰਹੀ ਹੈ, ਤੇ ਵਾਈਸ ਚਾਂਸਲਰ ਨੂੰ ਇਹ ਫਿਕਰ ਰਹਿੰਦਾ ਕਿ ਅਗਲੇ ਮਹੀਨੇ ਦੀ ਤਨਖਾਹ ਕਿਵੇਂ ਦੇਣੀ ਹੈ, ਪੈਨਸ਼ਨ ਕਿਵੇਂ ਦੇਣੀ ਹੈ। ਇਲੈਕਸ਼ਨਾਂ ਤੋਂ ਪਹਿਲਾਂ ਸੀਐਮ ਚੰਨੀ ਇੱਥੇ ਆਉਂਦੇ ਨੇ, ਉਹ 150 ਕਰੋੜ ਕਹਿੰਦੇ ਅਸੀਂ ਕਰਜ਼ਾ ਸਰਕਾਰ ਲੈ ਲੂਗੀ, ਅੱਜ ਤੱਕ ਕੁਛ ਨਹੀਂ ਹੋਇਆ। ਉਹ ਕਹਿ ਰਹੇ ਸੀ ਕਿ 9.5 ਕਰੋੜ ਦੀ ਜਿਹੜੀ ਮੰਥਲੀ ਗ੍ਰਾਂਟ ਆ ਉਹਨੂੰ ਅਸੀਂ ਵਧਾ ਕੇ 20 ਕਰੋੜ ਕਰ ਦਾਂਗੇ, ਅੱਜ ਤੱਕ ਕੁਛ ਨਹੀਂ ਹੋਇਆ। ਭਗਵੰਤ ਮਾਨ ਜੀ ਵੀ ਕੋਈ ਹਫ਼ਤਾ 10 ਦਿਨ ਪਹਿਲਾਂ ਆ ਕੇ ਇੱਥੇ ਗਏ ਨੇ, ਉਹਨਾਂ ਨੇ ਕਿਹਾ ਕਿ ਅਸੀਂ ਯੂਨੀਵਰਸਿਟੀ ਡੁੱਬਣ ਨਹੀਂ ਦਿਆਂਗੇ। ਅੱਛੀ ਗੱਲ ਆ, ਨਾ ਡੁੱਬਣ ਦੇਣ, ਪਰ ਇਹ ਗੱਲ ਕਹਿਣ ਨਾਲ ਨਹੀਂ ਨਾ ਹੋਣੀ। ਤੁਸੀਂ ਉਹਨੂੰ ਡੁੱਬਣ ਤੋਂ ਬਚਾਉਣ ਲਈ, ਇਹਦਾ ਆਲਰੇਡੀ ਗਲ ਪਾਣੀ ਚੜਿਆ ਹੋਇਆ, ਤੁਸੀਂ ਉਹਨੂੰ ਡੁੱਬਣ ਤੋਂ ਬਚਾਉਣ ਲਈ ਕੁਛ ਫੌਰੀ ਕੋਸ਼ਿਸ਼ਾਂ ਕਰੋ, ਅੱਗ ਬੁਝਾਉਣ ਵਾਲੀਆਂ ਕੋਸ਼ਿਸ਼ਾਂ ਕਰੋ। ਐਦਾਂ ਨਹੀਂ ਹੈ ਕਿ ਅਨਾਉਂਸਮੈਂਟ ਕਰਕੇ ਤੇ ਫਿਰ ਬੈਠ ਜਾਓ ਆਰਾਮ ਨਾਲ। ਇਹ ਜਿਹੜੀ ਯੂਨੀਵਰਸਿਟੀ ਹੈ ਆਸ਼ਿਕ ਸਾਹਿਬ, ਇਹ ਪੰਜਾਬੀ ਦੇ ਵਿਕਾਸ ਦਾ ਪੰਜਾਬ ਵਿੱਚ, ਦੁਨੀਆ ਵਿੱਚ ਧੁਰਾ ਹੈ, ਔਰ ਪੰਜਾਬੀ ਦੇ ਨਾਂ ਤੇ, ਲੈਂਗੁਏਜ ਦੇ ਨਾਂ ਤੇ ਸੰਸਾਰ 'ਚ ਦੂਜੀ ਯੂਨੀਵਰਸਿਟੀ ਹੈਬਰੂ ਤੋਂ ਬਾਅਦ। ਔਰ ਇਹ ਮਾਲਵੇ ਦੀ ਤੇ ਖਾਸ ਕਰਕੇ ਪੇਂਡੂ ਕਿੱਤੇ ਨੂੰ ਬਹੁਤ ਜਿਹੜਾ ਇਹ ਪੜ੍ਹਾਉਣ 'ਚ ਇਹਨਾਂ ਦਾ ਯੋਗਦਾਨ ਹੈ। ਸੋ ਮੈਨੂੰ ਲੱਗਦਾ ਕਿ ਇਹ ਜਿਹੜਾ ਸੀਐਮ ਸਾਹਿਬ ਨੇ, ਇਹ ਵੀ ਮਾਲਵੇ ਦੇ ਕਿੱਤੇ 'ਚ ਪੰਜਾਬੀ ਯੂਨੀਵਰਸਿਟੀ ਦੇ ਕਿਸੇ ਕਾਲਜ 'ਚ ਪੜ੍ਹੇ ਹੋਣਗੇ, ਤੇ ਮੈਨੂੰ ਲੱਗਦਾ ਕਿ ਇਹਨਾਂ ਦੀ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਪੰਜਾਬੀ ਯੂਨੀਵਰਸਿਟੀ ਨੂੰ ਡੁੱਬਣ ਤੋਂ ਬਚਾਇਆ ਜਾਵੇ, ਤੇ ਨਾ ਕੇਵਲ ਇੱਥੇ ਇਹ ਜਿਹੜਾ ਪਿਛਲਾ ਕਰਜ਼ਾ ਉਹਨੂੰ ਠੀਕ ਕੀਤਾ ਜਾਵੇ, ਸਗੋਂ ਅੱਗੇ ਜਿਹੜਾ ਖੋਜ ਦੇ ਸੰਬੰਧ ਵਿੱਚ ਵੀ ਹੋਰ ਪੈਸਾ ਦਿੱਤਾ ਹੈ। ਇਹ ਤੁਹਾਡੇ ਪੀਏਯੂ ਕੋਲੇ ਖੋਜ ਲਈ ਕੋਈ ਪੈਸਾ ਨਹੀਂ ਹੈਗਾ, ਜਿਹੜਾ ਕਿ ਖੇਤੀ ਦਾ ਵਿਕਾਸ ਦਾ ਧੁਰਾ ਹੈ। ਸੋ ਮੈਨੂੰ ਲੱਗਦਾ ਕਿ ਇਹ ਸਾਰਾ ਕੁਛ ਜਿਹੜਾ ਮਤਲਬ ਕਿ ਸਾਨੂੰ ਯੂਨੀਵਰਸਿਟੀਆਂ ਹੋਰ ਖੋਲ੍ਹਣ ਦੀ ਬਜਾਏ ਜਿਹੜੀਆਂ ਹੈਗੀਆਂ ਉਹਨੂੰ ਸਾਂਭ ਲੈਣਾ ਚਾਹੀਦਾ। ਬਿਲਕੁਲ, ਮੈਂ ਕਹਿੰਦਾ ਕਿ ਯੂਨੀਵਰਸਿਟੀਆਂ ਜਿਹੜੀਆਂ ਹੋਰ ਜੇ ਲੋੜ ਆ ਤਾਂ ਖੋਲ੍ਹੋ। ਪਿਛਲੇ ਕੈਪਟਨ ਸਰਕਾਰ ਵੇਲੇ ਜਿਹੜੀਆਂ ਯੂਨੀਵਰਸਿਟੀਆਂ ਖੁੱਲ੍ਹੀਆਂ ਨੇ, ਉਹਨਾਂ ਦੀ ਲੋੜ ਨਹੀਂ ਸੀ। ਤੁਹਾਡਾ ਜਿਹੜਾ ਓਪਨ ਯੂਨੀਵਰਸਿਟੀ ਹੈ, ਤੁਹਾਡੇ ਹਰ ਤਿੰਨਾਂ ਜਿਹੜੀਆਂ ਯੂਨੀਵਰਸਿਟੀਆਂ ਨੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ, ਪੰਜਾਬ ਯੂਨੀਵਰਸਿਟੀ ਹੈ, ਪੰਜਾਬੀ ਇਹਨਾਂ ਦੇ ਓਪਨ ਡਿਸਟੈਂਸ ਐਜੂਕੇਸ਼ਨ ਦੇ ਡਿਪਾਰਟਮੈਂਟ ਬਹੁਤ ਸਟਰੋਂਗ ਹੈ। ਕੋਈ ਲੋੜ ਨਹੀਂ ਸੀ ਓਪਨ ਯੂਨੀਵਰਸਿਟੀ ਖੋਲ੍ਹਣ ਦੀ, ਕੋਈ ਲੋੜ ਨਹੀਂ ਸੀ। ਤੁਸੀਂ ਸਪੋਰਟਸ ਯੂਨੀਵਰਸਿਟੀ ਵੱਖਰੀ ਖੋਲ੍ਹੋ ਪਟਿਆਲੇ 'ਚ। ਤੁਹਾਡੇ ਕੋਲ ਯੂਨੀਵਰਸਿਟੀਆਂ 'ਚ ਸਪੋਰਟਸ ਵਿੰਗ ਬਹੁਤ ਤਕੜੇ ਨੇ, ਕਾਲਜਾਂ 'ਚ ਸਪੋਰਟਸ ਵਿੰਗ ਬਹੁਤ ਤਕੜੇ, NIS ਪਟਿਆਲੇ ਹੈ, ਤੁਹਾਡੇ ਕੋਲ ਫਿਜ਼ੀਕਲ ਕਾਲਜ ਆਫ ਐਜੂਕੇਸ਼ਨ, ਇਹਨਾਂ ਨੂੰ ਸਟਰੈਂਥਨ ਕਰੋ। ਠੀਕ ਹੈ ਨਾ। ਹੁਣ ਤੁਸੀਂ ਉਹ ਉੱਥੇ ਖੋਲ੍ਹ ਦਿੱਤਾ ਤਰਨਤਾਰਨ ਇੱਕ ਲਾਅ ਯੂਨੀਵਰਸਿਟੀ, ਉਹ ਲਾਅ ਯੂਨੀਵਰਸਿਟੀ ਦਾ ਫਾਇਦਾ ਕਿ ਤੁਹਾਡੇ ਕੋਲ ਅੱਗੇ ਤਾਂ ਸਟੂਡੈਂਟ ਤਾਂ ਤੁਹਾਨੂੰ ਮਿਲਦੇ ਨਹੀਂ, ਹੈ ਨਾ। ਕਿ ਨਾਲੇ ਯੂਨੀਵਰਸਿਟੀਆਂ ਖੋਲ੍ਹਣ ਲਈ ਤੁਹਾਨੂੰ 500,000 ਕਰੋੜ ਰੁਪਈਆ ਚਾਹੀਦਾ, 10 ਕਰੋੜ ਨਾਲ ਯੂਨੀਵਰਸਿਟੀਆਂ ਨਹੀਂ ਖੁੱਲ੍ਹਦੀਆਂ। ਇਹ ਤਾਂ ਐਵੇਂ ਮਖੌਲ ਕਰਨ ਵਾਲੀ ਗੱਲ ਹੈ। ਮੈਂ ਕਹਿੰਦਾ ਕਿ ਪੈਸੇ ਲਈ ਮੁਥਾਜ ਨਾ ਕਰੋ। ਹੁਣ ਤੁਹਾਡੇ ਕੋਲ ਇਸ ਵੇਲੇ ਓਪਨ ਯੂਨੀਵਰਸਿਟੀ ਦਾ ਕੋਈ ਕੈਂਪਸ ਨਹੀਂ ਹੈ। ਮੈਨੂੰ ਲੱਗਦਾ ਸਪੋਰਟਸ ਯੂਨੀਵਰਸਿਟੀ ਦਾ ਵੀ ਕੈਂਪਸ ਹੈ ਜੇ ਥੋੜ੍ਹਾ ਬਹੁਤਾ ਤੁਰਿਆ ਫਿਰਦਾ ਹੈ। ਹਾਂ। ਸੋ ਇਹ ਜਿਹੜਾ ਸਿਲਸਿਲਾ ਹੈ, ਇਸ ਤਰ੍ਹਾਂ ਨਾ ਕਰੋ ਕਿ ਤੁਸੀਂ ਤੁਹਾਡਾ ਪਰਪਜ਼ ਯੂਨੀਵਰਸਿਟੀਆਂ ਖੋਲ੍ਹਣਾ ਜਾਂ ਤੁਹਾਡਾ ਪਰਪਜ਼ ਹਿਊਮਨ ਕੈਪੀਟਲ ਨੂੰ ਐਮਪਾਵਰ ਕਰਨਾ ਹੈ। ਸਰ, ਮੇਰੇ 2 ਸਵਾਲ ਜਿਹੜੇ ਨੇ ਆਖਰ ਵਿੱਚ ਮੈਂ ਤੁਹਾਡੇ ਕੋਲ ਕਰਾਂਗਾ। ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਮੇਰਾ ਵੀ ਗਹਿਰਾ ਬੜਾ ਕੰਸਰਨ ਹੈ ਇਸ ਪ੍ਰਤੀ, ਜਿਹੜੇ ਕਰੇ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ। ਸਾਡਾ ਜਿਹੜੇ ਸਾਡਾ ਕੈਪੀਟਲ ਬਾਹਰ ਜਾ ਰਿਹਾ, ਸਾਡਾ ਜਿਹੜਾ ਯੂਥ ਬਾਹਰ ਜਾ ਰਿਹਾ, ਜਿਹੜੀ ਉਹ ਦੋਹੇ ਤੇ ਹਿਊਮਨ ਕੈਪੀਟਲ ਤੇ ਕੈਪੀਟਲ ਸਾਡਾ ਬਾਹਰ ਜਾ ਰਿਹਾ ਹੈ, ਇਹਨੂੰ ਕਿਵੇਂ ਅਸੀਂ ਮੁੜ ਕੇ ਇੱਥੇ ਰੋਕੀਏ, ਲਿਆਈਏ ਇੱਥੇ ਮੁੜ ਕੇ, ਜੇ ਵਿਕਾਸ ਇਹ ਹਿੱਸਾ ਪਾ ਸਕਣ ਆਪਣਾ। ਸਭ ਇਹ ਨਾ ਬਹੁਤ ਵੱਡਾ ਸਵਾਲ ਹੈ, ਤੇ ਪਰ ਇਹਨੂੰ ਜਿਹੜੀ ਇਹਦੀ ਨਿਸ਼ਾਨਦੇਹੀ ਕਰਨੀ ਪੈਗੀ ਕਿ ਇਹ ਡਾਇਗਨੋਜ਼ ਕਰਨਾ ਪਏਗਾ ਕਿ ਹੋਇਆ ਕਿਉਂ ਹੈ। 2 ਇਹਦੇ ਮੇਜਰ ਕਾਰਨ ਮੈਂ ਸਮਝਦਾ ਕਿ ਇੱਕ ਤਾਂ ਇੱਥੇ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੋ ਗਈ। ਇਸ ਵੇਲੇ ਸਰਕਾਰ ਤਾਂ ਭਾਵੇਂ ਕਹਿੰਦੀ ਹੈ ਕਿ 8% ਬੇਰੁਜ਼ਗਾਰੀ ਹੈ, ਪਰ ਐਸਟੀਮੇਟਸ ਮਾਹਿਰਾਂ ਦੇ, ਮੇਰੇ ਆਪਣੇ ਵੀ ਇਹ ਕਹਿੰਦੇ ਨੇ ਕਿ 22 ਤੋਂ 25 ਲੱਖ ਤੁਹਾਡਾ ਵਰਕਫੋਰਸ ਬੇਰੁਜ਼ਗਾਰ ਹੈ। 1 ਕਰੋੜ ਸਾਡਾ ਵਰਕਫੋਰਸ ਹੈ, ਜੇ 25% ਬੇਰੁਜ਼ਗਾਰ ਹੈ ਤਾਂ ਉਹ ਕੀ ਕਰੇਗਾ। ਸੋ ਇੱਕ ਤਾਂ ਬੇਰੁਜ਼ਗਾਰੀ ਹੋ ਗਈ। ਦੂਜਾ ਹੋ ਗਿਆ ਇੱਥੇ ਨਸ਼ਿਆਂ ਦੀ ਬਹੁਤ ਪ੍ਰੋਬਲਮ ਹੈ ਕਿ ਹਰ ਪੇਰੈਂਟਸ ਨੂੰ ਲੱਗਦਾ ਕਿ ਨਸ਼ੇ ਇੱਥੇ ਬਹੁਤ ਹੋਣੇ, ਸਾਡੇ ਬੱਚੇ ਕਿਤੇ ਨਸ਼ਿਆਂ 'ਚ ਨਾ ਫਸ ਜਾਣ। ਤੀਜਾ ਕਿ ਛੋਟੀ ਜਿਹੀ ਸਟੇਟ 'ਚ 300-400 ਗੈਂਗਸ ਤੁਰੇ ਫਿਰਦੇ ਨੇ। ਸੋ ਇਹ ਸਾਰਾ ਕੁਛ ਜਿਹੜਾ ਰਲਾ ਮਿਲਾ ਕੇ ਲਾਅ ਐਂਡ ਆਰਡਰ, ਲੋਕਾਂ ਨੂੰ ਲੱਗਦਾ ਕਿ ਸ਼ਾਇਦ ਪੰਜਾਬ 'ਚ ਸਾਡਾ ਹੁਣ ਫਿਊਚਰ ਸੇਫ ਨਹੀਂ ਹੈਗਾ। ਇਸੇ ਕਰਕੇ ਪੇਰੈਂਟਸ ਜਿਹੜੇ ਬੱਚੇ ਬਾਹਰ ਭੇਜ ਰਹੇ ਨੇ, ਔਰ ਤੁਹਾਡੇ ਕਾਲਜਾਂ ਨੂੰ +2 ਤੋਂ ਬਾਅਦ, ਇੰਜੀਨੀਅਰਿੰਗ ਕਾਲਜਾਂ ਨੂੰ ਜਾਂ ਦੂਜੇ ਕਾਲਜਾਂ ਨੂੰ ਬੱਚੇ +2 ਬਾਅਦ ਚਲੇ ਜਾ ਰਹੇ ਨੇ, ਲੱਖਾਂ ਦੀ ਤਾਦਾਦ 'ਚ ਹਰ ਸਾਲ ਜਾਂਦੇ ਨੇ।
ਤੇ ਮੈਨੂੰ ਲੱਗਦਾ ਕਿ ਇਹ ਜਿਹੜਾ ਤੁਸੀਂ ਸਵਾਲ ਰੇਜ਼ ਕੀਤਾ ਬਹੁਤ ਅਹਿਮ ਹੈ। ਅਹਿਮ ਇਨ ਦਾ ਸੈਂਸ ਕਿ ਤੁਹਾਡੀ ਜਿਹੜੀ ਹਿਊਮਨ ਕੈਪੀਟਲ ਉਹ ਵੀ ਬਾਹਰ ਜਾ ਰਹੀ ਹੈ, ਤੇ ਉਹਦੇ ਨਾਲ ਪਹਿਲਾਂ ਹੀ ਪਹਿਲੇ ਫੇਜ਼ 'ਚ ਹੀ 25-30 ਲੱਖ 35 ਲੱਖ ਤੱਕ ਪੈਸਾ ਤੁਹਾਡਾ ਇੱਥੋਂ ਬਾਹਰ ਜਾ ਰਿਹਾ। ਠੀਕ ਹੈ ਨਾ? ਉਹ ਇਹਦਾ ਮਤਲਬ ਕਿ ਨਾ ਉਹ ਇੱਥੇ ਇਨਵੈਸਟ ਹੋਣਾ, ਨਾ ਇੱਥੇ ਖਰਚ ਹੋਣਾ। ਮੁੜ ਕੇ ਜਿਹੜੇ ਚਲੇ ਗਏ ਨੇ ਮੁੜ ਕੇ ਉਹਨਾਂ ਨੇ ਵੀ ਉਹਨਾਂ ਨਹੀਂ ਨੇ ਆਉਣਾ। ਵਾਪਸ ਨਹੀਂ ਆਉਣਾ। ਤੇ ਜਿਹੜੇ ਚਲੇ ਗਏ ਨੇ ਉਹਨਾਂ ਨੇ ਵਿਆਹ ਕਰਾ ਕੇ ਇੱਕ ਕੁੜੀ ਇੱਕ ਮੁੰਡਾ ਹੋਰ ਵੀ ਖੜਨੇ ਨੇ। ਠੀਕ ਹੈ? ਦੂਜਾ, ਉਹਨਾਂ ਦੇ ਪੇਰੈਂਟਸ ਨੇ ਆਪਣੀ ਪ੍ਰਾਪਰਟੀ ਵੇਚ ਕੇ ਉੱਥੇ ਜਾਣਾ ਹੈ। ਸੋ ਇਹਦਾ ਮਤਲਬ ਕਿ ਤੁਸੀਂ ਜਿਹੜਾ ਇੱਥੇ ਹੈ ਪੰਜਾਬ ਨੂੰ ਲਿਵੇਬਲ ਬਣਾਓ, ਇੱਥੇ ਰੁਜ਼ਗਾਰ ਦੇ ਮੌਕੇ ਪੈਦਾ ਕਰੋ, ਲੋਕ ਯੂਥ ਨੂੰ ਇੱਕ ਵਧੀਆ ਸੁਪਨੇ ਜਿਹੜੇ ਉਹ ਦੇਖੇ, ਤਾਂ ਕਿ ਯੂਥ ਇੱਥੇ ਵੀ ਰਵੇ। ਮੈਂ ਇਹ ਨਹੀਂ ਕਹਿੰਦਾ ਕਿ ਯੂਥ ਬਾਹਰ ਨਾ ਜਾਵੇ, ਜਿਹਨੇ ਵੀ ਜਾਣਾ ਉਹ ਇੱਕ ਲੀਗਲ ਤਰੀਕੇ ਨਾਲ, ਕਿਉਂਕਿ ਡਿਵੈਲਪਮੈਂਟ ਦਾ ਇੱਕ ਡਾਇਨਾਮਿਜ਼ਮ ਹੈ ਕਿ ਜਦੋਂ ਵੀ ਵਿਕਾਸ ਹੁੰਦਾ ਹੈ ਤੇ ਘੱਟ ਵਿਕਸਿਤ ਦੇ ਇਲਾਕਿਆਂ ਵੱਲੋਂ ਵੱਧ ਵਿਕਸਿਤ ਇਲਾਕਿਆਂ ਵੱਲ, ਦੇਸ਼ਾਂ ਵੱਲ ਲੋਕ ਜਾਂਦੇ ਨੇ। ਤੁਹਾਡੇ ਪੰਜਾਬ 'ਚ ਵੀ ਆ ਰਹੇ ਨੇ, ਦੂਜੇ ਹਿੰਦੁਸਤਾਨ ਦੇ ਦੂਜੇ ਸੂਬਿਆਂ ਤੋਂ, ਬਿਹਾਰ ਤੋਂ ਆ ਰਹੇ, ਯੂਪੀ 'ਚ ਆ ਰਹੇ, ਇਸ ਕਰਕੇ ਆ ਰਹੇ ਕਿ ਉਹ ਸਾਡੇ ਨਾਲ ਪਿੱਛੇ ਨੇ ਵਿਕਾਸ 'ਚ। ਪਰ ਇਹ ਸਾਡਾ ਇਸ ਕਰਕੇ ਜਾ ਰਿਹਾ ਕਿ ਇੱਥੇ ਹੁਣ ਲੋਕ ਯੂਥ ਨੂੰ ਲੱਗ ਰਿਹਾ ਕਿ ਭਾਈ ਹੁਣ ਇੱਥੇ ਫਿਊਚਰ ਹੈ ਨਹੀਂਗਾ, ਪੇਰੈਂਟਸ ਨੂੰ ਲੱਗ ਰਿਹਾ ਫਿਊਚਰ ਨਹੀਂ ਹੈਗਾ। ਤੁਸੀਂ ਆਰਗੂ ਵੀ ਨਹੀਂ ਕਰ ਸਕਦੇ ਬੱਚਿਆਂ ਨਾਲ ਕਿ ਨਾ ਜਾਓ, ਉਹ ਕਹਿੰਦੇ ਆ ਕਿ ਕਿਉਂ ਨਾ ਜਾਈਏ, ਅਸੀਂ ਕਰੀਏ ਕੀ ਹੈ ਸਰ? ਸਰ ਮੇਰਾ ਇੱਕ ਹੋਰ ਆਖਰੀ ਸਵਾਲ ਮੈਂ ਕਹਾਂਗਾ ਆਪਣੇ ਵੱਲੋਂ। ਮੈਂ ਤੁਹਾਡੇ ਕੋਲ ਇਹ ਜਾਣਨ ਦਾ ਇੱਛੁਕ ਹੈ ਕਿ ਪੰਜਾਬ ਲਈ ਕਿਹੜੇ ਇਮੀਡੀਏਟਲੀ ਕਦਮ ਉਠਾਉਣੇ ਚਾਹੀਦੇ ਨੇ ਤਾਂ ਕਿ ਸਾਡਾ ਇੱਕਦਮ ਜਿਹੜੀ ਸੁਧਾਰ ਕੋਈ ਦਿਖਾਈ ਦੇਵੇ ਸਾਨੂੰ ਆਰਥਿਕ ਸਥਿਤੀ ਵਿੱਚ ਸਾਡੀ ਵਿੱਚ। ਦੇਖੋ, ਇਹ ਮੈਂ ਇਲੈਕਸ਼ਨਾਂ ਤੋਂ ਬਾਅਦ ਤੇ ਰਿਜ਼ਲਟ ਆਉਣ ਤੋਂ ਪਹਿਲਾਂ 4-5 ਆਰਟੀਕਲ ਲਿਖੇ ਸੀ ਕਿ ਨਵੀਂ ਸਰਕਾਰ ਜਿਹੜਾ ਉਹਦਾ ਏਜੰਡਾ ਕੀ ਹੋਵੇ, ਨਵੀਂ ਸਰਕਾਰ ਤੋਂ ਲੋਕਾਂ ਨੂੰ ਉਮੀਦਾਂ ਕੀ ਨੇ, ਨਵੀਂ ਸਰਕਾਰ ਦੀ ਤਰਜੀਹਾਂ ਕੀ ਹੋਣ। ਮੈਨੂੰ ਲੱਗਦਾ ਕਿ ਇਹ ਤਿੰਨ ਇੱਕੋ ਗੱਲ ਹੀ ਹੈ। ਏਜੰਡਾ ਇਹ ਹੋਣਾ ਚਾਹੀਦਾ ਹੈ ਕਿ ਜਿੱਥੇ ਵੀ ਇੱਕ ਤਾਂ ਸਰਕਾਰੀ ਖਜ਼ਾਨੇ ਦੇ ਵਿੱਚ ਪੈਸਾ ਆਉਣ ਦੀ ਬਜਾਏ ਨਹੀਂ ਆ ਰਿਹਾ, ਉਹਨੂੰ ਪਹਿਲਾਂ ਲਿਆਂਦਾ ਜਾਏ। ਉਸ ਤੋਂ ਵੀ ਪਹਿਲਾਂ ਏਜੰਡਾ ਇਹ ਹੋਣਾ ਚਾਹੀਦਾ ਕਿ ਤੁਸੀਂ 3-4 ਮਹੀਨੇ 6 ਮਹੀਨੇ ਵੀ ਲਾ ਲਓ, ਆਈ ਡੋਂਟ ਮਾਈਂਡ, ਕਿ ਸਰਕਾਰ ਇੱਕ ਹਰ ਪੱਖ ਤੋਂ ਸਟੱਡੀ ਕਰਵਾ ਕੇ ਐਕਸਪਰਟਸ ਦੀ ਇਨਵੋਲਵਮੈਂਟ ਨਾਲ, ਭਾਵੇਂ ਉਹ ਪਲਾਨਿੰਗ ਸਟੇਟ ਦਾ ਪਲਾਨਿੰਗ ਬੋਰਡ ਹੋਵੇ, ਭਾਵੇਂ ਯੂਨੀਵਰਸਿਟੀਆਂ ਕਾਲਜ ਹੋਣ ਜਾਂ ਰਿਸਰਚ ਇੰਸਟੀਚਿਊਟ ਹੋਣ, ਤੇ ਇਹ ਇੱਕ ਰੋਡ ਮੈਪ ਤਿਆਰ ਕਰੇ ਸੋਲਿਡ ਡੇਟਾ ਤੇ ਬੇਸਡ ਕਿ ਸਾਡੇ ਕੋਲੇ ਕੀ ਹੈ ਇਸ ਵੇਲੇ ਸਟੇਟਸ, ਤੇ ਅਸੀਂ ਅੱਗੇ ਕਿੱਥੇ ਪਹੁੰਚਣਾ ਹੈਗਾ। ਉਹ ਮੈਂ ਕਹਿੰਦਾ 3 ਤੋਂ 6 ਮਹੀਨੇ ਵੀ ਲਾ ਲੈਣ, ਤਾਂ ਉਸ ਤੋਂ ਬਾਅਦ ਇਹ ਅੱਗੇ ਫੈਸਲਾ ਕਰਨ ਕਿ ਅਸੀਂ ਰਸਤਾ ਕੀ ਅਪਣਾਉਣਾ। ਜਿਹੜਾ ਬਹੁਤ ਕਾਹਲ 'ਚ ਫੈਸਲੇ ਲੈ ਕੇ ਕਰਨਾ ਨਾ, ਉਹ ਤੁਹਾਡਾ ਪੋਲੀਟੀਕਲ ਵਾਹਵਾ ਤਾਂ ਮਿਲ ਜਾਂਦੀ ਹੈ, ਪਰ ਉਹਦੇ ਨਾਲ ਇੱਕ ਰੋਡ ਮੈਪ ਤਿਆਰ ਹੋ ਕੇ ਸਸਟੇਨੇਬਲ ਡਿਵੈਲਪਮੈਂਟ ਨਹੀਂ ਹੁੰਦੀ। ਜਿਵੇਂ ਹੁਣ ਇਹ ਸਰਕਾਰ ਨੇ ਕੀਤਾ ਕਿ ਐਪਰੀਸ਼ੀਏਟਿਵ ਹੈ ਕਿ ਤੁਸੀਂ ਜਿਹੜਾ ਕਹਿੰਦੇ ਹੋ ਕਿ ਅਸੀਂ ਜਿਹੜਾ ਇੱਕ MLA ਨੂੰ ਇੱਕ ਹੀ ਪੈਨਸ਼ਨ ਦਿਆਂਗੇ, ਅੱਛੀ ਗੱਲ, ਐਪਰੀਸ਼ੀਏਬਲ ਹੈ। ਜਾਂ ਪ੍ਰਾਈਵੇਟ ਸਕੂਲ ਜਿਹੜੇ ਨੇ ਉਹ ਫੀਸਾਂ ਨਹੀਂ ਵਧਾ ਸਕਦੇ, ਪਰ ਮੈਨੂੰ ਲੱਗਦਾ ਇਹਦੇ ਆਰਡੀਨੈਂਸ ਤਾਂ ਅਜੇ ਤੱਕ ਨਹੀਂ ਜਾਰੀ ਹੋਏ, ਕਾਨੂੰਨ ਤਾਂ ਅਜੇ ਬਣੇ ਨਹੀਂ, ਅਮੈਂਡਮੈਂਟ ਹੋਣੀਆਂ ਨੇ। MLA ਦੀ ਪੈਨਸ਼ਨ ਕਰਨ ਲਈ ਵੀ ਅਮੈਂਡਮੈਂਟ ਹੋਣੀ ਹੈ, ਫਿਰ ਉਹ ਹੋਣ ਚਾਹੂਗਾ। ਜੇ ਇੱਕ ਸਰਕਾਰੀ ਪ੍ਰਾਈਵੇਟ ਸਕੂਲਾਂ ਨੂੰ ਤੁਸੀਂ ਫੀਸ ਵਧਾਉਣ ਤੋਂ ਰੋਕਣੀ ਹੈ, ਉਹ ਵੀ ਕਿਉਂਕਿ ਸੁਪਰੀਮ ਕੋਰਟ ਦਾ ਫੈਸਲਾ ਹੈ ਕਿ 8% ਵਧਾ ਸਕਦੇ ਨੇ, ਸੁਪਰੀਮ ਕੋਰਟ ਦਾ ਫੈਸਲਾ ਲਾਅ ਹੈ, ਤੇ ਜੇ ਉਹਨੂੰ ਚੇਂਜ ਕਰਨਾ ਤੇ ਤੁਹਾਨੂੰ ਇੱਕ ਲਾਅ ਬਣਾਉਣਾ ਪਏਗਾ। ਸੋ ਨਾ ਤਾਂ ਤੁਹਾਡੇ ਇੱਕ ਪੈਨਸ਼ਨ ਦਾ ਅਜੇ ਲਾਅ ਬਣਿਆ, ਨਾ ਅਜੇ ਸਕੂਲਾਂ ਦੀਆਂ ਫੀਸਾਂ ਵਧਣ ਤੋਂ ਰੋਕਣ ਦਾ ਲਾਅ ਬਣਿਆ। ਸੋ ਇਹ ਲਾਅ ਬਣਾਉਣੇ ਪੈਣਗੇ, ਤੇ ਲਾਅ ਇਹਨਾਂ ਨੂੰ ਪਤਾ, ਸਰਕਾਰ ਨੂੰ ਸਾਡੇ ਨਾਲ ਵੱਧ ਪਤਾ ਹੈ ਕਿ ਜੇ ਲਾਅ ਅਜੇ ਅਸੈਂਬਲੀ ਨਹੀਂ ਬੁਲਾਈ ਜਾ ਸਕਦੀ, ਉੱਥੇ ਨਹੀਂ, ਤਾਂ ਆਰਡੀਨੈਂਸ ਜਾਰੀ ਕਰ ਲਓ। ਸੋ ਹੁਣ ਤੁਹਾਡੇ ਹਿਮਾਚਲ 'ਚ ਉਹ ਕਹਿੰਦੇ ਆ ਕਿ ਅਸੀਂ ਆਰਡੀਨੈਂਸ ਜਾਰੀ ਕਰ ਦੇਣਾ, ਟੈਕਸ ਜਿਹੜਾ ਉਹ MLA ਦੀ ਅਸੀਂ ਆਪ ਨਹੀਂ ਦਿਆਂਗੇ, ਉਹ ਆਪਣੀ ਆਮਦਨ 'ਚ ਦੇਗੇ। ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਨੂੰ ਵੀ ਇਹ ਵੀ ਕਰਨਾ ਚਾਹੀਦਾ ਹੈ ਕਿ ਜਿਹੜੇ MLAs ਦੇ ਪੈਨਸ਼ਨ ਜਾਂ ਉਹ ਮਿਲਦੇ ਨੇ ਤਨਖਾਹ, ਉਹਨਾਂ 'ਤੇ ਜਿਹੜਾ ਇਨਕਮ ਟੈਕਸ ਬਣਦਾ ਉਹ ਵੀ ਉਹ ਆਪ ਦੇਵੇ, ਸਰਕਾਰ ਨਾ ਦੇਵੇ। ਇਹ ਮੈਂ ਤਾਂ ਰਾਦਰ ਇਹ ਵੀ ਕਹਾਂਗਾ ਕਿ ਹਰ ਇੱਕ MLA ਜਾਂ MP ਉਹਨੂੰ ਪੈਨਸ਼ਨ 60 ਸਾਲ 'ਤੇ ਹੋਣੀ ਚਾਹੀਦੀ ਹੈ। ਪਹਿਲਾਂ ਕਿਉਂ ਹੋਵੇ? ਕੋਈ ਵੀ MLA, ਕੋਈ ਵੀ MP ਜਿਹੜਾ ਉਹ ਕੋਈ ਨਾ ਕੋਈ ਪੋਲੀਟਿਕਸ ਤੋਂ ਬਿਨਾਂ ਵੀ ਕੰਮ ਕਰ ਰਿਹਾ, ਠੀਕ ਹੈ? ਬਿਲਕੁਲ ਠੀਕ ਹੈ। ਤੇ ਜਦੋਂ ਉਹ ਆਪਣਾ ਕੰਮ ਕਰ ਰਿਹਾ ਤਾਂ ਫਿਰ ਉਹਨੂੰ ਭਾਈ 30 ਸਾਲ 'ਤੇ ਪੈਨਸ਼ਨ ਕਿਉਂ, ਉਹਨੂੰ 25 ਸਾਲ 'ਤੇ ਪੈਨਸ਼ਨ ਕਿਉਂ, ਉਹਨੂੰ 40 ਸਾਲ 'ਤੇ ਪੈਨਸ਼ਨ ਕਿਉਂ? ਤੁਸੀਂ ਕਰਮਚਾਰੀ ਨੂੰ ਪੈਨਸ਼ਨ ਦਿੰਦੇ ਹੋ 60 ਸਾਲ 'ਤੇ ਜਾ ਕੇ, ਹੈਂ, ਤੇ ਉਹ ਲੈ ਲਏ ਆਪਣਾ 30 ਸਾਲ 'ਤੇ ਪੈਨਸ਼ਨ ਜਾਂ 35 ਸਾਲ 'ਤੇ, ਫਿਰ 70 ਸਾਲ ਪੈਨਸ਼ਨ ਲਈ ਜਾਵੇ। ਇਹ ਕੋਈ ਤਰੀਕਾ ਨਹੀਂ ਹੈ। ਤੁਸੀਂ ਉਹਨੂੰ ਵੀ 60 ਸਾਲ 'ਤੇ ਜਾ ਕੇ ਪੈਨਸ਼ਨ ਦਿਓ, ਕਿਉਂਕਿ ਉਹ ਪਿਓਰ ਸੇਵਾ ਦੇ ਭਾਵ ਨਾਲ ਨਹੀਂ ਆ ਰਿਹਾ, ਉਹ ਆਪਣੇ ਇੱਕ ਇੰਟਰਸਟ ਨਾਲ ਵੀ ਆ ਰਿਹਾ। ਔਰ ਮੈਨੂੰ ਆਪਣੇ CM ਭਗਵੰਤ ਮਾਨ ਦੀ ਬੜੀ ਇੱਕ ਗੱਲ ਵਧੀਆ ਲੱਗੀ,
ਉਹਨਾਂ ਨੇ ਆਪਣੇ ਬੋਲੀ ਸੀ, ਜਿਹੜੀ ਉਹ ਆਪਣਾ ਪ੍ਰੋਗਰਾਮ ਕਰਦੇ ਨੇ ਨਿਊਜ਼, ਕਿ ਤੁਸੀਂ ਕਹਿੰਦੇ ਹੋ ਅਸੀਂ ਸੇਵਾ ਭਾਵਨਾ ਨਾਲ ਨੇ ਇੱਦਾਂ ਕਰਦੇ, ਤੁਹਾਨੂੰ ਕਿਸੇ ਨੇ ਬੁਲਾਇਆ ਸੀ ਆਓ, ਕਹਿੰਦੇ ਕਾਰਡ ਨਹੀਂ ਦਿੱਤਾ ਹਾਂ, ਕਾਰਡ ਤਾਂ ਨਹੀਂ ਦਿੱਤਾ ਵੀ ਆ ਕੇ ਆਓ ਐਮਐਲਏ ਬਣੋ, ਤੁਸੀਂ ਆਪਣੀ ਮਰਜ਼ੀ ਨਾਲ ਬਣੇ ਹੋ ਨਾ, ਲੋਕਾਂ ਨੇ ਤੁਹਾਨੂੰ ਬਣਾਇਆ। ਸੋ ਮੈਂ ਕਹਿੰਦਾ ਕਿ ਉਸੇ ਲਾਜਿਕ ਨੂੰ ਵਧਾਉਂਦੇ ਹੋਏ ਸੀਐਮ ਸਾਹਿਬ ਨੂੰ ਜਾਂ ਮਿਨਿਸਟਰਸ ਨੂੰ, ਕੈਬਨਿਟ ਨੂੰ, ਅਸੈਂਬਲੀ ਨੂੰ ਪਾਸ ਕਰ ਦੇਣਾ ਚਾਹੀਦਾ ਕਿ ਪੈਨਸ਼ਨ ਬਾਈ 60 ਸਾਲ ਤੇ ਮਿਲੂਗੀ ਜਾ ਕੇ, 60 ਸਾਲ ਤੋਂ ਬਾਅਦ ਭਾਵੇਂ 30 ਸਾਲ ਲੈਂਦੇ ਰਹੋ, 40 ਸਾਲ ਲੈਂਦੇ, ਸਾਨੂੰ ਵੀ ਡੋਂਟ ਮਾਈਂਡ, ਪਰ ਇੱਦਾਂ ਨਹੀਂ ਕਿ ਤੁਸੀਂ 30 ਸਾਲ ਤੇ ਐਮਐਲਏ ਬਣ ਕੇ ਤੇ ਦੂਜੀ ਵਾਰ ਨਹੀਂ ਬਣੇ ਤੇ ਪੈਨਸ਼ਨ ਲੈਣੀ ਸ਼ੁਰੂ ਕਰ ਦਿਓ, ਇਹ ਤਾਂ ਕੋਈ ਤਰੀਕਾ ਨਹੀਂ ਨਾ। ਸੋ ਇਹ ਇੱਕ ਕੰਮ ਅਜੇ ਕੀਤਾ ਇਹਨਾਂ ਨੇ ਕਿ ਪੈਨਸ਼ਨ, ਇੱਕ ਪੈਨਸ਼ਨ ਉਹਦਾ ਵੀ ਅਜੇ ਲਾ ਨਹੀਂ ਬਣਿਆ। ਦੂਜਾ ਕੰਮ ਇਹਨਾਂ ਨੂੰ ਇਹ ਕਰਨਾ ਚਾਹੀਦਾ ਕਿ ਟੈਕਸ ਜਿਹੜਾ ਉਹ ਸਰਕਾਰ ਨਹੀਂ ਦੇਗੀ। ਤੀਜਾ ਕੰਮ ਇਹਨਾਂ ਨੂੰ ਇਹ ਕਰਨਾ ਚਾਹੀਦਾ ਕਿ 60 ਸਾਲ ਤੇ ਪੈਨਸ਼ਨ ਹੋਈ। ਮੈਂ ਤਾਂ ਇੱਕ ਹੋਰ ਵੀ ਕਹਾਂਗਾ, ਲੋਕਾਂ ਦੀ ਡਿਮਾਂਡ ਹੈ, ਮੈਂ ਇਕੱਲਾ ਨਹੀਂ ਕਹਿ ਰਿਹਾ, ਕਿ ਸਾਰੀਆਂ ਸਟੇਟਾਂ 'ਚ ਐਮਐਲਏ ਨੂੰ ਗੱਡੀ ਨਹੀਂ ਦਿੱਤੀ ਜਾਂਦੀ। ਅੱਛਾ, ਕਿ ਥੋੜ੍ਹੀਆਂ ਸਟੇਟਾਂ ਨੇ ਜਿੱਥੇ ਐਮਐਲਏ ਨੂੰ ਗੱਡੀ ਦਿੱਤੀ ਜਾ ਰਹੀ ਹੈ। ਇੱਕ ਹੋਰ ਗੱਲ ਬੜੀ ਇੰਪੋਰਟੈਂਟ ਹੈ ਕਿ ਜਦੋਂ ਤੇ ਇਲੈਕਸ਼ਨਾਂ ਲੜਨੀਆਂ ਹੁੰਦੀਆਂ ਨੇ, ਉਦੋਂ ਤੱਕ ਕੋਈ ਇਹਨਾਂ ਦੇ ਕੋਲ ਖਤਰਾ ਨਹੀਂ ਹੁੰਦਾ, ਇਹਨਾਂ ਨੂੰ ਕੋਈ ਵੱਡੀ ਸਿਕਿਉਰਿਟੀ ਨਹੀਂ ਹੁੰਦੀ। ਜਦੋਂ ਇਹ ਐਮਐਲਏ, ਮੰਤਰੀ, ਚੀਫ ਮਿਨਿਸਟਰ ਬਣ ਜਾਂਦੇ, ਬਹੁਤ ਖਤਰਾ ਹੋ ਜਾਂਦਾ ਸਿਕਿਉਰਿਟੀ। ਚਲੋ ਕੁਛ ਜਿਵੇਂ ਚੀਫ ਮਿਨਿਸਟਰ ਹੈ ਉਹਨੂੰ ਸਿਕਿਉਰਿਟੀ ਚਾਹੀਦੀ ਹੈ, ਵੀ ਬੇਵਜ੍ਹਾ ਸਿਕਿਉਰਿਟੀ ਜਿਹੜੀ ਲੋਕਾਂ ਦੀ ਪੁਲਿਸਿੰਗ ਕਰੋ, ਆਪਣੇ ਜਿਹੜੇ ਮਿਨਿਸਟਰਾਂ ਐਮਐਲਏ ਦੀ ਉਹਨਾਂ ਦੀ ਪੁਲਿਸਿੰਗ ਘੱਟ ਕਰੋ। ਲੋਕਾਂ ਦੀ, ਇਹ ਤੁਹਾਡੇ ਲੋਕਾਂ ਦੇ ਬਣਾਏ ਹੋ, ਤੁਹਾਨੂੰ ਖਤਰਾ ਕੀ ਹੈ ਨਾ? ਲੋਕਾਂ ਦਾ ਕੋਈ ਖਤਰਾ ਨਹੀਂ ਹੋ ਸਕਦਾ ਲੋਕਾਂ ਦਾ ਕੋਈ ਖਤਰਾ ਨਹੀਂ ਹੋਣਾ ਚਾਹੀਦਾ, ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਲੋਕਾਂ ਦਾ ਕੋਈ ਖਤਰਾ ਨਹੀਂ ਹੋਣਾ ਚਾਹੀਦਾ, ਠੀਕ ਹੈ। ਤੇ ਮੈਨੂੰ ਲੱਗਦਾ ਕਿ ਇਹ ਵੀ ਸਿਲਸਿਲਾ ਜਿਹੜਾ ਠੀਕ ਕਰਨ ਦੀ ਲੋੜ ਹੈ। ਪੰਜਾਬ 'ਚ ਬਹੁਤ ਕੁਝ ਠੀਕ ਕਰਨ ਦੀ ਲੋੜ ਹੈ, ਤੇ ਇਹ ਜਿਹੜੀ ਸਰਕਾਰ ਹੈ ਇਹ ਇਸ ਵਾਅਦੇ ਨਾਲ ਆਈ ਹੈ ਤੇ ਇਸ ਦੇ ਬਲਬੂਤੇ ਤੇ ਆਈ ਹੈ ਕਿ ਲੋਕਾਂ ਨੇ ਪੁਰਾਣੇ ਪੋਲੀਟੀਕਲ ਪਾਰਟੀਆਂ ਨੂੰ, ਐਸਟੈਬਲਿਸ਼ ਪੋਲੀਟੀਕਲ ਪਾਰਟੀਆਂ ਨੇ, ਜਿਹਦੇ ਵਿੱਚ ਕਾਂਗਰਸ ਹੈ, ਜਿਹਦੇ ਵਿੱਚ ਬੀਜੇਪੀ ਸਾਈਡ ਹੈ, ਉਹਨਾਂ ਨੂੰ ਧੁਰੋਂ ਰਿਜੈਕਟ ਕੀਤਾ ਹੈ। ਧੁਰੋਂ ਰਿਜੈਕਟ ਕਰਕੇ ਉਹਨਾਂ ਦੇ ਥੰਮ ਹਿਲਾ ਕੇ ਇਹਨਾਂ ਨੂੰ 92 ਸੀਟਾਂ ਦਿੱਤੀਆਂ ਨੇ। ਤੇ ਇਹਦੇ ਆਪ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹਦੇ ਵਿੱਚ ਦੋ ਹਿੱਸੇ ਨੇ ਇਹਨਾਂ ਦੀ ਜਿੱਤ 'ਚ। ਇੱਕ ਹਿੱਸਾ ਹੈ ਕਿ ਲੋਕਾਂ ਦੀ ਨਾਰਾਜ਼ਗੀ ਪੁਰਾਣੀਆਂ ਪੋਲੀਟੀਕਲ ਪਾਰਟੀਆਂ ਨਾਲ ਨਫ਼ਰਤ ਦੀ ਹੱਦ ਤੱਕ ਸੀ, ਤੇ ਉਹਨਾਂ ਨੇ ਕਿਹਾ ਵੀ ਇਸ ਵਾਰੀ ਆਪਾਂ ਚੇਂਜ ਕਰਨੀ ਹੈ, ਠੀਕ ਹੈ। ਦੂਜਾ, ਇਹਨਾਂ ਨੇ ਆਪਣੇ ਕੋਈ ਦਿੱਲੀ ਮਾਡਲ ਦੀ ਮਾਰਕੀਟਿੰਗ ਕੀਤੀ, ਕੋਈ ਹੋਰ ਹੈ, ਤੇ ਉਹ ਇਹਨਾਂ ਨੂੰ ਵੋਟਾਂ ਪੈ ਗਈਆਂ। ਸੋ ਇਸ ਕਰਕੇ ਇਹ ਵੀ ਸਮਝਣ ਦੀ ਲੋੜ ਹੈ ਕਿ ਜੇ ਇਹਨਾਂ ਨੇ ਆਪਣੇ ਕਾਰਗੁਜ਼ਾਰੀ ਦੇ ਆਧਾਰ ਤੇ ਅਗਲੀਆਂ ਇਲੈਕਸ਼ਨਾਂ ਜਿੱਤਣੀਆਂ ਨੇ, ਤਾਂ ਫਿਰ ਇਹਨਾਂ ਨੂੰ ਪਰਫਾਰਮ ਕਰਨਾ ਪਏਗਾ। ਜੋ ਵਾਅਦੇ ਕੀਤੇ ਨੇ, ਵਿਕਾਸ ਦਾ ਕੰਮ ਵੀ ਕਰਨਾ ਪਏਗਾ, ਰੁਜ਼ਗਾਰ ਦੇ ਮੌਕੇ ਵੀ ਕ੍ਰੀਏਟ ਕਰਨੇ ਪੈਣਗੇ, ਨਸ਼ਿਆਂ ਨੂੰ ਵੀ ਘਟਾਉਣਾ ਪਏਗਾ, ਕਰਪਸ਼ਨ ਨੂੰ ਘਟਾਉਣਾ ਪਏਗਾ, ਸਰਕਾਰੀ ਖਜ਼ਾਨੇ 'ਚ ਪੈਸਾ ਹੋਰ ਲਿਆਉਣਾ ਪਏਗਾ। ਤੇ ਜੇ ਇਹਨਾਂ ਦੀ ਇੱਕ ਇੱਛਾ ਹੈ ਕਿ ਹਿੰਦੁਸਤਾਨ ਦੇ ਬਾਕੀ ਸੂਬਿਆਂ 'ਚ ਵੀ ਅਸੀਂ ਪੈਰ ਪਸਾਰਨੇ ਨੇ, ਤਾਂ ਫਿਰ ਪੰਜਾਬ ਮਾਡਲ ਨੂੰ ਸਕਸੈਸ ਕਰਕੇ ਹੀ, ਸਕਸੈਸਫੁਲ ਮਾਡਲ ਬਣਾ ਕੇ ਹੀ ਉਹਦੀ ਮਾਰਕੀਟਿੰਗ ਕਰ ਸਕਦੇ ਆ। ਜੇ ਪੰਜਾਬ ਮਾਡਲ ਫੇਲ ਹੋ ਗਿਆ ਤਾਂ ਸੱਚ ਜਾਣਿਓ ਸਭ ਤੋਂ ਵੱਧ ਦੁਖੀ ਮੈਂ ਹੋਊਗਾ। ਮੈਂ ਆਈ ਵਿਸ਼ ਕਿ ਪੰਜਾਬ ਜਿਹੜਾ ਪੰਜਾਬ 'ਚ ਕਾਮਯਾਬ ਹੋਣ, ਕਿਉਂਕਿ ਮੈਨੂੰ ਇਹ ਨਜ਼ਰ ਆ ਰਿਹਾ ਕਿ ਲੋਕਾਂ ਨੇ ਬਹੁਤ ਵੱਡੀਆਂ ਐਕਸਪੈਕਟੇਸ਼ਨਸ, ਆਸ਼ਾਵਾਂ ਲੈ ਕੇ ਇਹਨਾਂ ਨੂੰ ਇਹ ਸਟੇਟ ਦੀ ਪਾਵਰ ਸੌਂਪੀ ਹੈ। ਤੇ ਜੇ ਹੁਣ ਇਹ ਗੜਬੜ ਹੋ ਗਈ ਨਾ, ਤੇ ਇੱਕ ਸਰਹੱਦੀ ਸੂਬੇ 'ਚ ਬੇਚੈਨੀ ਜਿਹੜੀ ਹੈ ਉਹ ਵੱਧ ਜਾਣੀ ਹੈ। ਭਾਵੇਂ ਉਹ ਆਰਥਿਕ ਅਸੰਤੁਲਤਾ ਹੋਵੇ, ਭਾਵੇਂ ਉਹ ਪੋਲੀਟੀਕਲ ਇਨਸਟੈਬਿਲਿਟੀ ਹੋਵੇ, ਭਾਵੇਂ ਸੋਸ਼ਲ ਕਲਚਰਲ ਇਨਸਟੈਬਿਲਿਟੀ ਹੋਵੇ, ਪੰਜਾਬ ਹੋਰ ਮਾਰ ਚੱਲਣ ਦੇ ਕਾਬਲ ਨਹੀਂ ਹੈ। ਤੇ ਪੰਜਾਬ ਦੇ ਲੋਕ ਜੇ ਇਸ ਵਾਰੀ ਮਾਡਲ ਫੇਲ ਹੋ ਗਿਆ, ਨਿਰਾਸ਼ ਵੀ ਹੋਣਗੇ, ਹਤਾਸ਼ ਵੀ ਹੋਣਗੇ, ਤੇ ਪਤਾ ਨਹੀਂ ਉਸ ਚੋਂ ਨਿਕਲੂਗਾ ਕੀ, ਕਿ ਕਿਹੜੀਆਂ ਫੋਰਸਿਸ ਉਹਦਾ ਫਾਇਦਾ ਉਠਾ ਜਾਣਗੀਆਂ, ਇਹ ਵੀ ਨਹੀਂ ਪਤਾ। ਸੋ ਮੈਨੂੰ ਲੱਗਦਾ ਕਿ ਇਹਨਾਂ ਨੂੰ ਪਰਫਾਰਮ ਕਰਨਾ ਚਾਹੀਦਾ ਹੈ, ਹਾਰਡ ਡਿਸੀਜਨ ਵੀ ਲੈਣੇ ਚਾਹੀਦੇ ਨੇ, ਤੇ ਇੱਕੋ ਰਸਤਾ ਜਿਹੜਾ ਕਿ ਵਿਕਾਸ ਤੇ ਰੁਜ਼ਗਾਰ, ਇਹ ਤੇ ਫੋਕਸ ਕਰਨ, ਬਾਕੀ ਚੀਜ਼ਾਂ ਆਪੇ ਫੋਲੋ ਕਰਨੀਆਂ, ਤੇ ਇਹਦੇ ਨਾਲ ਸਿਹਤ, ਸਿੱਖਿਆ ਤੇ ਹੁਨਰ। ਬਸ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ, ਇਹ ਡਾਕਟਰ ਰਣਜੀਤ ਸਿੰਘ ਘੁੰਮਣ ਹੋਰੀ, ਜਿਨ੍ਹਾਂ ਨੇ ਖਰੀਆਂ ਗੱਲਾਂ ਕਹੀਆਂ ਨੇ, ਸਰਕਾਰਾਂ ਨੂੰ ਵੀ ਸਮਝਣੀਆਂ ਚਾਹੀਦੀਆਂ ਨੇ, ਤੇ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਹੈ ਉਸ ਵਾਸਤੇ ਜੋ ਕੁਝ ਕਿਹਾ ਹੈ ਕਿ ਅਗਰ ਪੰਜਾਬ ਦੇ ਵਿੱਚ ਇਹਨਾਂ ਦਾ ਮਾਡਲ ਫੇਲ ਹੁੰਦਾ ਹੈ ਤਾਂ ਸਭ ਤੋਂ ਵੱਧ ਉਹ ਦੁਖੀ ਹੋਣਗੇ। ਇਹ ਉਹ ਲੋਕ ਨੇ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦੀ ਬਿਹਤਰੀ, ਪੰਜਾਬ ਨੂੰ ਬਿਹਤਰ ਤੋਂ ਬਿਹਤਰ ਸਟੇਟ ਬਣਾਉਣ ਦਾ ਸੁਪਨਾ ਲਿਆ ਹੈ। ਆਓ ਆਪਾਂ ਨੂੰ ਇਹਨਾਂ ਦੀ ਗੱਲ 'ਤੇ ਕਿਸੇ ਨਾ ਕਿਸੇ ਤਰ੍ਹਾਂ ਨਾਲ ਜ਼ਰੂਰ ਅਮਲ ਕਰਨਾ ਚਾਹੀਦਾ ਹੈ, ਵਰਨਾ ਦੇਰੀ ਹੋ ਜਾਏਗੀ ਅਤੇ ਉਸ ਦੀ ਦੇਰੀ ਦੀ ਜਿਹੜੀ ਕੀਮਤ ਹੈ ਪਤਾ ਨਹੀਂ, ਜਿਹੜੀ ਇੱਕ ਵਾਰ ਦੀ ਗਲਤੀ ਹੈ ਸਦੀਆਂ ਨੂੰ ਚੁਕਾਉਣੀ ਪੈਂਦੀ ਹੈ ਫਿਰ ਬਾਅਦ ਜਾ ਕੇ। ਇਸ ਦੇ ਨਾਲ ਗੁਰਕਿਰਪਾਲ ਸਿੰਘ ਅਸ਼ਕ ਨੂੰ ਆਗਿਆ ਦਿਓ। ਧੰਨਵਾਦ। ਥੈਂਕ ਯੂ।